पंजाबी ऑडियो बुक सुन रहे सारे ਸਰੋਤਿਆਂ ਨੂੰ ਫਤਿਹ ਅੱਜ ਕਰਦੀ ਹਾਂ जी। वाहिगुरु जी का खालसा वाहिगुरु जी की फतेह। किताब का सिरलेख शहीदी साका भाई तारू सिंह जी, लेखक सरदार स्वर्ण सिंह। पुस्तक बारे शहीद भाई तारू सिंह जी अमृतधारी, नाम आधारी ते परोपकारी महान उच्चे जीवन वाले गुरसिख सन। छोटी जही जिम्मेदारी सी अते भजन बंदगी दे नाल नाल वाही खेती करके धर्म दी किरत करदे सन। अपनी आमदनी नाल लोड़वंदे प्राणियां लई लंगर लाई रखदे। सुखमनी साहिब विच ब्रह्म ज्ञानी दे लक्षण उर धारे जो अंतर नाम सर्ब मैं पेखे भगवान आप दे जीवन उपर खूब घटदे सन। जिथे ਉਹ ਖਾੜਕੂ ਸਿੰਘਾਂ ਦੀ ਤਨੂ ਮਨੂ ਸੇਵਾ ਕਮਾਉਂਦੇ ਥੱਕਦੇ ਨਹੀਂ ਸਨ, ਉੱਥੇ ਬਿਨਾਂ ਕਿਸੇ ਭਿੰਨ ਭੇਦ ਦੇ ਆਏ ਗਏ ਰਾਈਆਂ ਨੂੰ ਲੰਗਰ ਪਾਣੀ ਤੇ ਬਿਸਤਰੇ ਦਿੰਦੇ। ਇਹਨਾਂ ਪਾਸ ਪਾਂਦੀ ਸੁਖ ਦੀ ਰਾਤ ਕੱਟ ਕੇ ਜਸ ਗਾਉਂਦੇ ਆਪਣੇ ਰਾਹੇ ਪੈ ਜਾਂਦੇ। ਇਸ ਸੇਵਾ ਭਾਵਨੀ ਕਰਕੇ ਆਪ ਦੀ ਸ਼ੋਭਾ ਦੂਰ ਦੂਰ ਤੱਕ ਫੈਲੀ ਹੋਈ ਸੀ। ਇਸੇ ਪਰਉਪਕਾਰੀ ਭਾਵਨਾ ਅਧੀਨ ਹੀ ਆਪ ਨੇ ਇੱਕ ਮੁਸਲਮਾਨ ਮਾਛੀ ਦੀ ਸੁੰਦਰ ਕੰਨਿਆ ਨੂੰ ਪੱਟੀ ਦੇ ਫੌਜਦਾਰ ਦੇ ਪੰਜੇ ਚੋਂ ਕੱਢਣ ਲਈ ਸਿੰਘਾਂ ਨੂੰ ਪ੍ਰੇਰ ਕੇ ਛੁਡਵਾਇਆ ਸੀ। ਇਸ ਪੁਸਤਕ ਵਿੱਚ ਭਾਈ ਸਾਹਿਬ ਦੇ ਉਪਕਾਰੀ ਜੀਵਨ ਅਤੇ ਸ਼ਹੀਦੀ ਦੇ ਕਾਂਡਾਂ ਤੋਂ ਪਹਿਲੇ ਦੋ ਕਾਂਡ ਕਈ ਪਾਠਕਾਂ ਨੂੰ ਸ਼ਾਇਦ ਓਪਰੇ ਜਾਪਣ, ਪਰ ਪ੍ਰਭੂ ਭਗਤੀ ਵਿੱਚ ਰੰਗਿੰਜਿਆ ਖਾਲਸਾ, ਹੱਠੀ ਜਪੀ ਤੇ ਤਪੀ ਖਾਲਸਾ, ਸੂਰਬੀਰ, ਨਿਡਰ, ਨਿਰਮਾਣ, ਨਿਸ਼ਕਾਮ ਤੇ ਸਰਬੱਤ ਦਾ ਭਲਾ ਚਾਹੁਣ ਵਾਲਾ ਉਪਕਾਰੀ ਖਾਲਸਾ ਅਤੇ ਦੇਸ਼ ਧਰਮ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲਾ ਖਾਲਸਾ ਕਿਹਨਾਂ ਹਾਲਾਤ ਵਿੱਚ ਪ੍ਰਗਟਿਆ, ਇਸ ਤੱਥ ਨੂੰ ਸਮਝਣ ਲਈ ਇਹ ਦੋਵੇਂ ਕਾਂਡ ਜ਼ਰੂਰੀ ਹਨ। ਦਸ਼ਮ ਪਾਤਸ਼ਾਹ ਜੀ ਨੇ ਜਾਣ ਲਿਆ ਸੀ ਕਿ ਹਿੰਦੂ ਕੌਮ ਜਾਤ ਪਾਤ ਦੀ ਵੰਡ ਤੇ ਛੂਤ ਛਾਤ ਵਿੱਚ ਫਸੀ ਇੰਨੀ ਨਿਗਰ ਚੁੱਕੀ ਸੀ ਕਿ ਬਹੁ ਗਿਣਤੀ ਹੁੰਦਿਆਂ ਵੀ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਵਿੱਚ ਬੇਅਣਖਾ ਤਰਸਯੋਗ ਜੀਵਨ ਬਿਤਾ ਰਹੀ ਸੀ। ਇਹਨਾਂ ਦੀਨਾਂ ਦੁਖੀਆਂ ਦੀ ਪੀੜਾ ਹਰਨ ਲਈ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ, ਪਰ ਇਹਨਾਂ ਸਾਹਸਹੀਣਾਂ ਵਿੱਚੋਂ ਕੋਈ ਇੱਕ ਵੀ ਉਹਨਾਂ ਦੀ ਦੇਹੀ ਨੂੰ ਸੰਭਾਲਣ ਲਈ ਨਾ ਨਿਤਰਿਆ। ਦਸ਼ਮੇਸ਼ ਜੀ ਨੇ ਆਪਣੇ ਸਿੱਖਾਂ ਦੀ ਪਛਾਣ ਲਈ ਤੇ ਉਹਨਾਂ ਨੂੰ ਵਹਿਮਾਂ ਭਰਮਾਂ, ਜਾਤ ਪਾਤ ਅਤੇ ਛੂਤ ਛਾਤ ਤੋਂ ਬਚਾਉਣ ਲਈ ਨਾਮ ਅੰਮ੍ਰਿਤ ਦੇ ਨਾਲ ਖੰਡੇ ਦੀ ਪਾਹੁਲ ਦੇ ਕੇ ਸਿੰਘ ਸੂਰਮੇ ਬਣਾ ਦਿੱਤਾ। ਖਾਲਸਾ ਹਰ ਜੋਖੋਂ ਤੇ ਵਿਖੜੇ ਸਮੇਂ ਲਈ ਸਦਾ ਤਿਆਰ ਬਰ ਤਿਆਰ ਰਹਿੰਦਾ। ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਬਹਾਦਰ ਸ਼ਾਹ ਦਸ਼ਮੇਸ਼ ਜੀ ਦੀ ਆਸ਼ੀਰਵਾਦ ਤੇ ਸਹਾਇਤਾ ਪ੍ਰਾਪਤ ਕਰਕੇ ਰਾਜ ਗੱਦੀ ਦਾ ਵਾਰਸ ਬਣਿਆ ਸੀ, ਪਰ ਰਾਜ ਪਦ ਹਾਸਲ ਕਰਕੇ ਗੁਰੂ ਜੀ ਤੇ ਵਧੀਕੀਆਂ ਕਰਨ ਵਾਲੇ ਸਰਕਾਰੀ ਅਫਸਰਾਂ ਨੂੰ ਸਜ਼ਾਵਾਂ ਦੇਣ ਦੇ ਸਭ ਕੌਲ ਕਰਾਰ ਭੁੱਲ ਗਿਆ। ਤਦੋਂ ਗੁਰੂ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਚੜ ਆਇਆ। ਉਸਨੇ ਜ਼ਾਲਮ ਦੁਸ਼ਟਾਂ ਨੂੰ ਚੁਣ ਚੁਣ ਕੇ ਸੋਧਿਆ ਤੇ ਕਰਨਾਲ ਤੋਂ ਲਾਹੌਰ ਦੀਆਂ ਕੰਧਾਂ ਤੱਕ ਹੇਠਲੀ ਉੱਤੇ ਲਿਆ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਜਦੋਂ ਬੰਦਾ ਸਿੰਘ ਦਿੱਲੀ ਬਾਦਸ਼ਾਹ ਦੀ ਕਮਾਨ ਹੇਠ ਲੱਖਾਂ ਫੌਜਾਂ ਦੇ ਘੇਰੇ ਵਿੱਚੋਂ ਲੜਦਾ ਭਿੜਦਾ ਨਿਕਲ ਗਿਆ ਤਾਂ ਗੁੱਸੇ ਨਾਲ ਭਰਿਆ ਪੀਤਾ ਬਾਦਸ਼ਾਹ ਨਿੰਮੋ ਝੂਣਾ ਹੋ ਕੇ ਰਹਿ ਗਿਆ ਅਤੇ ਸਿੰਘਾਂ ਨੂੰ ਇੱਕ ਸਿਰਿਓਂ ਕਤਲ ਕਰਨ ਦਾ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ। ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜੇ ਜਾਣ ਅਤੇ ਸਿੰਘਾਂ ਸਮੇਤ ਦਿੱਲੀ ਵਿਖੇ ਸ਼ਹੀਦੀਆਂ ਪਾ ਜਾਣ ਪਿੱਛੋਂ ਪੰਜਾਬ ਦੇ ਫੌਜਦਾਰਾਂ ਅਬੁਦ ਸਮਦ ਖਾਨ ਅਤੇ ਜ਼ਕਰੀਆ ਖਾਨ ਨੇ ਸਿੱਖਾਂ ਤੇ ਬੜੇ ਬੜੇ ਕਹਿਰ ਤੋੜੇ। ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਦੁਆਲੇ ਪਹਿਰੇ ਲਾ ਦਿੱਤੇ। ਜਦ ਮੱਸੇ ਰੰਗੜ ਨੇ ਹਰਮੰਦਰ ਸਾਹਿਬ ਅੰਦਰ ਸ਼ਰਾਬ ਦੇ ਦੌਰ ਤੇ ਵੇਸਵਾ ਦੇ ਨਾਚ ਸ਼ੁਰੂ ਕੀਤੇ ਤਾਂ ਇਸ ਹੁੰਦੀ ਬੇਅਦਬੀ ਨੂੰ ਸੁਣ ਕੇ ਸਿੱਖ ਤੜਪ ਉੱਠੇ। ਉਹਨਾਂ ਸਖਤ ਪੈਰਿਆਂ ਵਿੱਚ ਵੀ ਮੱਸੇ ਨੂੰ ਦਰਬਾਰ ਸਾਹਿਬ ਅੰਦਰ ਕਤਲ ਕਰ ਦਿੱਤਾ। ਮੱਸੇ ਦੇ ਕਤਲ ਨਾਲ ਲਾਹੌਰ ਤੇ ਦਿੱਲੀ ਦਰਬਾਰ ਦੀ ਬੜੀ ਨਮੋਸ਼ੀ ਹੋਈ। ਫੌਜਦਾਰ ਲਾਹੌਰ ਨੇ ਜ਼ੁਲਮ ਦੀ ਭੱਠੀ ਨਵੇਂ ਸਿਰਿਓਂ ਤਪਾ ਦਿੱਤੀ ਅਤੇ ਸਿੱਖਾਂ ਦਾ ਬੀਜ ਨਾਸ ਕਰਨ ਦੀ ਕਸਮ ਖਾ ਲਈ। ਮੁਖਬਰਾਂ ਤੇ ਸੂਈਆਂ ਦੀ ਬੜੀ ਝਾੜ ਝਪਾੜ ਪਿੱਛੋਂ ਡਾਂਟਦਿਆਂ ਕਿਹਾ ਕਿ ਉਹਨਾਂ ਦੇ ਪਰਗਣਿਆਂ ਵਿੱਚ ਕੋਈ ਸਿੱਖ ਜਿਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ। ਨਤੀਜੇ ਵਜੋਂ ਸਿੱਖੀ ਸੂਰਤ ਵਿੱਚ ਕੋਈ ਸਾਧੂ ਸੰਤ ਵੀ ਨਾ ਬਚ ਸਕਿਆ। ਜੰਡਿਆਲਾ ਗੁਰੂ ਦਾ ਹਰ ਭਗਤ ਨਿਰੰਜਨੀਆ ਸਰਕਾਰੀ ਮੁਖਬਰਾਂ ਵਿੱਚੋਂ ਸਭ ਤੋਂ ਵੱਧ ਸਿੱਖਾਂ ਦਾ ਦੋਖੀ ਸੀ।
ਪਿੰਡ ਪੂਲਾ ਇਸ ਦੇ ਪਰਗਣੇ ਵਿੱਚ ਨਾ ਹੁੰਦਿਆਂ ਵੀ ਇਸਨੇ ਹਰਮਨ ਪਿਆਰੇ ਸਾਧੂ ਬਿਰਤੀ ਭਾਈ ਤਾਰੂ ਸਿੰਘ ਜੀ ਨੂੰ ਵੀ ਨਾ ਛੱਡਿਆ ਅਤੇ ਇਹਨਾਂ ਦੇ ਬਰਖਿਲਾਫ ਕਈ ਸੱਚ ਝੂਠ ਗੰਢ ਕੇ ਫੌਜਦਾਰ ਲਾਹੌਰ ਨੂੰ ਖੂਬ ਭਖਾਇਆ। ਖਾਨ ਬਹਾਦਰ ਨੇ ਪੁਲਿਸ ਰਾਹੀਂ ਗ੍ਰਿਫਤਾਰ ਕਰਕੇ ਭਾਈ ਸਾਹਿਬ ਨੂੰ ਮੰਗਵਾ ਲਿਆ। ਭਾਈ ਸਾਹਿਬ ਨੇ ਕਚਹਿਰੀ ਵਿੱਚ ਪੁੱਜ ਕੇ ਗਰਜਵੀਂ ਫਤਿਹ ਗਜਾਈ, ਜਿਸ ਨੂੰ ਸੁਣ ਕੇ ਸਭ ਸੜ ਬਲ ਗਏ। ਸਰਕਾਰੀ ਡਰਾਵਿਆਂ ਅਤੇ ਲਾਲਚਾਂ ਨੂੰ ਠੁਕਰਾ ਕੇ ਨਿਰਭੈਤਾ, ਦ੍ਰਿੜਤਾ ਤੇ ਧੀਰਜ ਨਾਲ ਹਰ ਤਰ੍ਹਾਂ ਦੇ ਤਸੀਹੇ ਸਹਿਣ ਨੂੰ ਤਰਜੀਹ ਦਿੱਤੀ ਅਤੇ ਕਿਹਾ ਕਿ ਮੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭੇਗਾ। ਲਾਲ ਪੀਲੇ ਹੋਏ ਫੌਜਦਾਰ ਨੇ ਆਖਿਆ ਕਿ ਜਿਨ੍ਹਾਂ ਕੇਸਾਂ ਦਾ ਤੂੰ ਮਾਣ ਕਰਦਾ ਹੈ ਮੈਂ ਜੁੱਤੀਆਂ ਨਾਲ ਪਲ ਵਿੱਚ ਉਖੇੜ ਕੇ ਰੱਖ ਦਿਆਂਗਾ। ਕੇਸਾਂ ਦੀ ਬੇਅਦਬੀ ਦੇ ਬਚਨ ਸੁਣ ਕੇ ਭਾਈ ਸਾਹਿਬ ਵੀ ਜੋਸ਼ ਤੇ ਰੋਹ ਵਿੱਚ ਆ ਗਏ ਅਤੇ ਕਿਹਾ ਕਿ ਗੁਰੂ ਪੂਰਾ ਹੈ ਅਤੇ ਉਸ ਦੇ ਸਿੱਖਾਂ ਦਾ ਸਦਕ ਕੇਸਾਂ ਸਵਾਸਾਂ ਨਾਲ ਨਿਭੇਗਾ, ਜੁੱਤੀਆਂ ਤੇਰੇ ਹੀ ਸਿਰ ਵਿੱਚ ਪੈਣਗੀਆਂ। ਕਈ ਤਰ੍ਹਾਂ ਦੇ ਤਸੀਹੇ ਦੇਣ ਪਿੱਛੋਂ ਨਾਈ ਬੁਲਾ ਕੇ ਆਪ ਦੀ ਖੋਪਰੀ ਕੇਸਾਂ ਸਮੇਤ ਉਤਰਵਾ ਦਿੱਤੀ ਗਈ। ਸ਼ਹੀਦੀ ਦਾ ਇਹ ਅਤ ਭਿਆਨਕ ਤੇ ਦਿਲ ਕੰਬਾ ਦੇਣ ਵਾਲਾ ਦ੍ਰਿਸ਼ ਪਾਠਕਾਂ ਦੇ ਰੌਂਗਟੇ ਖੜੇ ਕਰ ਦਿੰਦਾ ਹੈ। ਖੋਪਰੀ ਲੱਥਣ ਪਿੱਛੋਂ ਫੌਜਦਾਰ ਦਾ ਪਿਸ਼ਾਬ ਬੰਦ ਹੋ ਜਾਣ ਤੇ ਭਾਈ ਸਾਹਿਬ ਦੀਆਂ ਜੁੱਤੀਆਂ ਸਿਰ ਵਿੱਚ ਮਾਰਨ ਨਾਲ ਉਸ ਦਾ ਪਿਸ਼ਾਬ ਖੁੱਲ ਗਿਆ, ਪਰ ਜੁੱਤੀਆਂ ਪੈਂਦਿਆਂ ਪੈਂਦਿਆਂ ਹੀ ਬੁਰੀ ਮੌਤੇ ਮੋਇਆ। ਅੰਤ ਵਿੱਚ ਲੇਖਕ ਨੇ ਸ਼ਹੀਦਗੰਜ ਭਾਈ ਤਾਰੂ ਸਿੰਘ ਤੇ ਸ਼ਹੀਦਗੰਜ ਸਿੰਘਣੀਆਂ ਬਾਰੇ ਬੜੀ ਦਰਦ ਭਰੀ ਅਪੀਲ ਕੀਤੀ ਹੈ ਕਿ ਇਹਨਾਂ ਦੀ ਰੂਪਰੇਖਾ ਮੁਹੰਮਦੀ ਢੰਗ ਨਾਲ ਬਦਲਾਈ ਜਾ ਰਹੀ ਹੈ। ਜੇ ਪੰਥ ਖਾਲਸੇ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸ਼ਹੀਦਾਂ ਦੇ ਇਹਨਾਂ ਮਹਾਨ ਅਸਥਾਨਾਂ ਦੇ ਨਾਮ ਨਿਸ਼ਾਨ ਮਿਟ ਜਾਣਗੇ। ਪਹਿਲਾ, ਹਿੰਦੂਆਂ ਦੀ ਨਿਗਰੀ ਦਸ਼ਾ ਤੇ ਖਾਲਸੇ ਦਾ ਜਨਮ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਦਸ਼ਮੇਸ਼ ਜੀ ਰਚਿਤ ਬਚਿੱਤਰ ਨਾਟਕ ਦੀਆਂ ਉੱਪਰਲੀਆਂ ਤੁਕਾਂ ਦੇ ਸਹੀ ਭਾਵ ਨੂੰ ਨਾ ਸਮਝਦੇ ਹੋਏ ਬਹੁਤ ਸਾਰੇ ਇਤਿਹਾਸਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮਨੋਰਥ ਸਿਰਫ ਤਿਲਕ ਜੰਜੂ ਦੀ ਰਾਖੀ ਹੀ ਮੰਨ ਕੇ ਇਸ ਮਹਾਨ ਘਟਨਾ ਦਾ ਵਰਣਨ ਸਮਾਪਤ ਕਰ ਦਿੰਦੇ ਹਨ। ਇਹ ਉਹਨਾਂ ਦੀ ਹਿਮਾਲੀਏ ਪਹਾੜ ਜਿੱਡੀ ਭੁੱਲ ਹੈ। ਇਸ ਬੇਮਿਸਾਲ ਕੁਰਬਾਨੀ ਨਾਲ ਬੜੀ ਭਾਰੀ ਬੇਇਨਸਾਫੀ ਹੈ ਤੇ ਉਸ ਦੀ ਮਹਾਨਤਾ ਨੂੰ ਸਿਰਿਓਂ ਹੀ ਖਤਮ ਕਰ ਦੇਣ ਵਾਲੀ ਗੱਲ ਹੈ। ਕੇਵਲ ਤਿਲਕ ਜੰਜੂ ਦੀ ਖਾਤਰ ਹੀ ਇਹ ਸਭ ਕੁਝ ਨਹੀਂ ਸੀ ਹੋਇਆ। ਇਸ ਕੁਰਬਾਨੀ ਪਿੱਛੇ ਬਹੁਤ ਵੱਡਾ ਅਸੂਲ ਖੜਾ ਹੈ, ਉਸ ਨੂੰ ਸਮਝਣ ਦੀ ਲੋੜ ਹੈ। ਤਿਲਕ ਜੰਜੂ ਹਿੰਦੂ ਧਰਮ ਦੇ ਵਿਆਪਕ ਚਿੰਨ੍ਹ ਹਨ। ਇਹਨਾਂ ਉੱਤੇ ਕੋਈ ਕਿੰਤੂ ਨਹੀਂ ਕਰ ਸਕਦਾ। ਇਹਨਾਂ ਦੇ ਧਾਰਨੀ ਤੋਂ ਹਰ ਭਲੇ ਦੀ ਆਸ ਹੋਣੀ ਚਾਹੀਦੀ ਹੈ, ਪਰ ਇਹਨਾਂ ਦੇ ਵੱਡੇ ਧਾਰਨੀ ਬ੍ਰਾਹਮਣਾਂ ਨੇ ਹਜ਼ਾਰਾਂ ਸਾਲਾਂ ਤੱਕ ਕਰੋੜਾਂ ਸ਼ੂਦਰਾਂ ਨੂੰ ਨਰਕ ਭੁਗਤਾ ਛੱਡਿਆ ਅਤੇ ਪਸ਼ੂਆਂ ਵਰਗਾ ਜੀਵਨ ਜਿਉਣ ਲਈ ਮਜਬੂਰ ਕਰੀ ਰੱਖਿਆ। ਵੇਦ ਜੋ ਰੱਬੀ ਕਲਾਮ ਮੰਨਿਆ ਜਾਂਦਾ ਹੈ, ਉਸ ਦੇ ਪੜ੍ਹਨ ਸੁਣਨ ਦੇ ਜੁਰਮ ਵਿੱਚ ਉਹਨਾਂ ਦੀਆਂ ਜ਼ਬਾਨਾਂ ਵਡਿੰਦੀਆਂ ਰਹੀਆਂ ਤੇ ਕੰਨਾਂ ਵਿੱਚ ਸਿੱਕਾ ਢਲ ਢਲ ਪੈਂਦਾ ਰਿਹਾ। ਜਾਤ ਪਾਤ ਦੀ ਵੰਡ ਕਰਨ ਵਾਲਿਆਂ, ਛੂਤ ਛਾਤ ਫੈਲਾਉਣ ਤੇ ਕਰਮ ਕਾਂਡਾਂ ਤੇ ਹੋਰ ਭਰਮਾਂ ਪਖੰਡਾਂ ਤੇ ਦਾਨਾਂ ਰਾਹੀਂ ਲੁੱਟ ਮਚਾਉਣ ਵਾਲਿਆਂ, ਇਹਨਾਂ ਤਿਲਕ ਜੰਜੂ ਦੀਆਂ ਪਾਉਣ ਵਾਲਿਆਂ ਨੇ ਤਿਲਕ ਜੰਜੂ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ। ਜਦ ਇਹਨਾਂ ਨੂੰ ਸਜਾ ਕੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਤੇ ਕਹਿਰ ਟੁੱਟ ਰਹੇ ਸਨ ਤਾਂ ਇਹਨਾਂ ਨੂੰ ਬਚਾਉਣ ਜਾਂ ਰੱਖਣ ਲਈ ਕੁਰਬਾਨੀ ਦੀ ਕੀ ਲੋੜ ਸੀ। ਗੁਰੂ ਮਹਾਰਾਜ ਨੇ ਇਸ ਅਸੂਲ ਦੇ ਤਹਿਤ ਇਹਨਾਂ ਦੀ ਬਾਂਹ ਫੜ ਲਈ ਕਿ ਇਹ ਵੀ ਉਸੇ ਬਾਪ ਦੇ ਪੁੱਤਰ ਹਨ ਤੇ ਇਹਨਾਂ ਨੂੰ ਵੀ ਸੁਤੰਤਰਤਾ ਨਾਲ ਜਿਉਣ ਦਾ ਹੱਕ ਹੈ। ਉਸ ਵੇਲੇ ਇਹਨਾਂ ਵੱਲੋਂ ਸ਼ੂਦਰਾਂ ਉੱਤੇ ਢਾਏ ਜ਼ੁਲਮ ਨੂੰ ਅੱਖਾਂ ਅੱਗੇ ਨਹੀਂ ਲਿਆਂਦਾ। ਇਹ ਕੁਰਬਾਨੀ ਮਾਨਵਤਾ ਦੇ ਬਚਾਅ ਲਈ ਸੀ। ਗੁਰੂ ਘਰ ਦਾ ਓਟ ਆਸਰਾ ਲੈਣ ਵਾਲਾ ਭਾਵੇਂ ਕਿਸੇ ਵੀ ਧਰਮ ਦਾ ਧਾਰਨੀ ਹੁੰਦਾ, ਉਸ ਦੀ ਸਹਾਇਤਾ ਇਸ ਪ੍ਰਕਾਰ ਹੀ ਹੋਣੀ ਸੀ ਅਤੇ ਲਾਜ਼ਮੀ ਹੋਣੀ ਸੀ। ਇਹ ਇਸ ਲਈ ਨਹੀਂ ਸੀ ਹੋਈ ਕਿ ਗੁਰੂ ਘਰ ਦਾ ਆਸਰਾ ਟਕਾ ਕੇ ਆਉਣ ਵਾਲੇ ਤਿਲਕ ਲਾ ਕੇ ਜੰਜੂ ਪਾ ਕੇ ਆਏ ਸਨ। ਇਸ ਤਿਲਕ ਜੰਜੂ ਨੂੰ ਧਾਰਨ ਕਰਨ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪਖੰਡ ਜਾਣਿਆ ਸੀ ਅਤੇ ਜਿਨ੍ਹਾਂ ਦੀ ਜੋਤ ਇਹ 9ਵਾਂ ਰੂਪ ਧਾਰ ਕੇ ਉਸੇ ਹੀ ਸੱਚਾਈ ਨੂੰ ਅਮਲੀ ਤੌਰ ਤੇ ਪ੍ਰਚਾਰ ਰਹੀ ਸੀ ਅਤੇ ਵਹਿਮਾਂ ਭਰਮਾਂ ਦਾ ਉਸੇ ਹੀ ਗਤੀ ਨਾਲ ਖੰਡਨ ਕਰ ਰਹੀ ਸੀ, ਉਸਨੇ ਹੁਣ ਇਸ ਦੀ ਰਖਵਾਲੀ ਲਈ ਕਿਉਂ ਏਡਾ ਵੱਡਾ ਮੁੱਲ ਤਾਰਨ ਦਾ ਫੈਸਲਾ ਕਰ ਲਿਆ।
बस इसे ही नुक्ते नूं समझण दी लोड़ है। समझ लवो कि जे किते उस वेले इहो ही बिपता हिंदुआं वल्लों मुसलमानां नूं पाई जा रही हुंदी ते उंज ही मुसलमान गुरु महाराज अगे जोदड़ी करदे तां हिंदुआं दी बांह वांग ही उन्हां दी बांह फड़ के उन्हां दे किसे चांदनी चौंक विच उन्हां दी खातर खिड़े मत्थे शहादत दे दिंदे। सो गुरु तेग बहादुर साहिब की शहादत सिर्फ तिलक जंजू आदि चिन्हां नूं बचाउण दी खातर नहीं सी, सगों एक नूर तो उपजे कुदरत दे बंदियां उत्ते औरंगजेब वल्लों जोर जुल्म द्वारा किसी दे धर्म नूं नष्ट भ्रष्ट करके धर्म बदली लई मजबूर करनों ठल पाउण दी खातर शहादत सी। हिंदू भी उसे इलाही नूर तो उपजे सन जिस तो मुसलमान। फिर उन्हां दे धर्म ते पाबंदियां बंदिशां क्यों, उन्हां दे धर्म दी निरादरी क्यों, उन्हां दा जीवन नरक समान क्यों बनाया जावे। अपना धर्म छड्डण ते मुसलमान धर्म ग्रहण करन लई उन्हां नूं मजबूर क्यों कीता जावे। मुसलमान वांग ही हिंदुआं नूं भी हक है कि ओह अपना मन भाउंदा धर्म धारण करके सन्मान सहित जीवन बतीत करन। एक बाप दे बेटे होण दे नाते उन्हां दा हक भी बराबर दा है। यह कुर्बानी इस हक नूं कायम रखण वास्ते सी। मजलूम दी रखिया उस दे धर्म पक्षों नहीं सगों इस दृष्टि तो कि वह मजलूम है कीती गई सी। एहो गुरु घर दा असूल है। औरंगजेब एक गैर कुदरती नीति ते चल रहा सी ते उस दे जुल्म जबर दे हड़ नूं ठल्लण लई उन्हां बलिदान दिता। चांदनी चौंक विच सैयद जलालुद्दीन दी तलवार ने गुरु जी दा सिर कलम कीता। देर तक उन्हां दा सीस ते धड़ खून विच लथपथ पिया रहा। जिन्हां दी खातर यह सिर दिता सी उन्हां विचों किसे नूं हिया ना पिया कि अगे हो के शरीर दा दाह संस्कार करन लई कोई यतन करे। सब कन्नी खिसका गए। आई खलकत तमाशा वेख के घरों घरी चली गई। करोड़ां दी गिनती विच वसण वाली तिलक जंजू दे धारनियां दी गिनती विचों कोई शंकरचार्य, कोई ऋषि मुनि जां नाथ स्वामी जोश खा के नहीं उठिया कि मजलूमां नूं जथेबंद करके जालम सरकार नाल टक्कर लैंदा होया खुद मर मिटे जां सरकार दी सफ वलेट देवे। कारण सैकड़े सालां दी लगातार गुलामी ने हिंदुआं नूं अणखहीन ते साहसहीन बना के रख दिता सी। ओह आप अपनी रखिया नहीं सन कर सकदे। सिर्फ यह तमन्ना सी कि कोई आप मर के उन्हां नूं बचा लवे। इहो जही मानसिक स्थिति वाली कौम विचों कौन गुरु जी की शहादत समय हां दा नारा मारदा जां कौन उस मृतक देह नूं चुकण लई आउंदा। औरंगजेब दा हुक्म सी कि जे कोई गुरु तेग बहादुर दा सिख है तां धड़ उठा के लै जावे, पर कोई भी ना नितरिया। अंत नूं ओहो ही नितरे जो इस घर नाल जुड़े हुए सन, जेड़े इस तो पुड़ पुड़ कुर्बान होण लई तत्पर सन। गुरु गोबिंद सिंह जी ने हिंदुआं दी परले दर्जे दी इस निगड़ी हुई हालत नूं तक्किया कि यह बहु गिणती विच हुंदियां होइयां भी बाहरों आए मुट्ठी भर सामराजियां तो मार खाई जा रहे हन ते सिर तक नहीं चुकदे। गुलामी ते बेगैरती दा इन्ना प्रभाव पै चुकिया है कि अणख आजादी ते बराबरी दा सबक देण वाले सौमे नूं ही हिंदू पहाड़ी राजे सदा लई खत्म करन लई तैयार हन। इस कूजे काम लई औरंगजेब नूं मदद लई दुहाई दे रहे हन। गुलामी दे संगल अपने हत्थीं अपने गली कसन विच ही भला समझदे हन। अणख ते स्वैमान तां इन्हां विच नाम मात्र ही नहीं रहे। दशमेश जी ने इन्हां दी कमजोरी नूं चंगी तरह भांप के निर्णय कीता कि इस दा कारण हिंदुआं विच जात पात दी वंड ते छूत छात है जो इन्हां नूं कदे इकट्ठिया नहीं होण देवेगी ते कदे इन्हां नूं बलवान नहीं बनन देवेगी। गुरु पातशाह दी सोच सी कि ब्राह्मणां वल्लों हिंदुआं विच पाए वहम भरम जात पात दी वंड छूत छात आदि किते सिखां विच ना प्रवेश कर जाण ते इन्हां नूं भी उन्हां वांग ही ना गर्क कर देण। इसलिए इस रोग दा पक्का ही इलाज कर दिता। उन्हां खंडे बाटे दा अमृत तैयार करके सिखां नूं ਸਿੰਘ बना दिता। जात पात ते छूत छात दे पाए भरम दा सदा लई नाश कर दिता। जाति अभिमान दी हमेशा लई जड़ पुट दिती। गुरु गोबिंद सिंह जी ने 1699 दी विसाखी नूं सिरां दी भेट लैके 5 सिखां नूं पौहल दिती ते ਸਿੰਘ सजा दिता। इन्हां नूं 5 प्यारे कह के नवाजिया।
ਇਹ ਸਭ ਤੋਂ ਪਹਿਲੇ ਸਿੰਘ ਸਨ। ਖਾਲਸਾ ਪੰਥ ਦੀ ਨੀਂਹ ਰੱਖੀ ਗਈ। ਫਿਰ ਗੁਰੂ ਜੀ ਨੇ ਇਹਨਾਂ ਤੋਂ ਆਪ ਅੰਮ੍ਰਿਤ ਛਕਿਆ। ਦੁਨੀਆ ਨੇ ਇੱਕ ਅਨੋਖੀ ਘਟਨਾ ਤੱਕੀ, ਜਿਸ ਨੂੰ ਸਮੇਂ ਨੇ ਆਪਣੀ ਹਿੱਕ ਉੱਤੇ ਸਦਾ ਲਈ ਇੰਜ ਉਕਰ ਲਿਆ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਭਾਵ ਗੁਰੂ ਮਹਾਰਾਜ ਗੁਰੂ ਵੀ ਹਨ ਤੇ ਚੇਲਾ ਵੀ, ਪੈਗੰਬਰ ਵੀ ਤੇ ਪੈਰੋਕਾਰ ਵੀ, ਮੁਰਸ਼ਦ ਵੀ ਤੇ ਮੁਰੀਦ ਵੀ। ਅੱਜ ਤੱਕ ਗੁਰੂ ਤੇ ਚੇਲਾ ਇੱਕ ਪੱਧਰ ਤੇ ਨਹੀਂ ਸਨ ਆ ਸਕੇ। ਹੁਣ ਗੁਰੂ ਤੇ ਪੰਥ ਅਭੇਦ ਹੋ ਗਏ। ਇਹ ਆਪਣੀ ਕਿਸਮ ਦਾ ਪਹਿਲਾ ਤੇ ਆਖਰੀ ਦ੍ਰਿਸ਼ ਸੀ ਜੋ ਦੁਨੀਆ ਨੇ ਤੱਕਿਆ। ਇਹ ਜ਼ੁਲਮ ਜ਼ਬਰ ਕਰਨ ਵਾਲਿਆਂ ਨੂੰ ਵੰਗਾਰ ਸੀ ਤੇ ਕਰੋੜਾਂ ਦੀ ਗਿਣਤੀ ਵਿੱਚ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੀ ਮਨੁੱਖਤਾ ਨੂੰ ਸਾਹਸ ਭਰੀ ਲਲਕਾਰ ਸੀ। ਖੰਡੇ ਦੀ ਪਾਹੁਲ ਲੈਣਾ ਸਿੰਘਾਂ ਦੀ ਸ਼ਬਦਾਵਲੀ ਵਿੱਚ ਅੰਮ੍ਰਿਤ ਛਕਣਾ ਹੈ। ਇਹ ਆਬ ਹਯਾਤ ਹੈ। ਜੋ ਪ੍ਰਾਣੀ ਅੰਮ੍ਰਿਤ ਛਕ ਲੈਂਦਾ ਹੈ ਉਹ ਸਿੰਘ ਬਣ ਜਾਂਦਾ ਹੈ ਤੇ ਉਹ ਖਾਲਸਾ ਪੰਥ ਦਾ ਅੰਗ ਬਣ ਜਾਂਦਾ ਹੈ। ਖਾਲਸਾ ਪੰਥ ਵਿੱਚ ਰਲਣ ਨਾਲ ਪਿਛਲੀ ਜਾਤ ਪਾਤ ਸਭ ਖਤਮ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਦਾ ਵਿਤਕਰਾ ਇੱਕਦਮ ਸਮਾਪਤ ਹੋ ਜਾਂਦਾ ਹੈ। ਇੱਕ ਬਾਟੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪਿਛਲਾ ਜਾਤ ਅਭਿਮਾਨ ਤੇ ਜਾਤਹੀਣਤਾ ਦਾ ਅਹਿਸਾਸ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਤੇ ਸਭ ਦੀ ਇੱਕੋ ਸੰਗਤ ਪੰਗਤ ਬਣ ਜਾਂਦੀ ਹੈ। ਖਾਲਸਾ ਪੰਥ ਵਿੱਚ ਬ੍ਰਾਹਮਣ ਸ਼ੂਦਰ ਦਾ ਦਰਜਾ ਬਰਾਬਰ ਹੈ। ਹਰ ਇੱਕ ਦੇ ਬਰਾਬਰ ਦੇ ਹੱਕ ਹਨ। ਜਾਤ ਕਰਕੇ ਕੋਈ ਵੱਡਾ ਛੋਟਾ ਨਹੀਂ। ਅਮੀਰੀ ਗਰੀਬੀ ਦੇ ਦਰਜੇ ਨੂੰ ਕੋਈ ਥਾਂ ਨਹੀਂ। ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣ ਦਾ ਆਦੇਸ਼ ਹੈ। ਦਾਨ ਦੇਣ ਲੈਣ ਦੇ ਪਖੰਡ ਦੀ ਗੁੰਜਾਇਸ਼ ਹੀ ਨਹੀਂ। ਇਸ ਦੀ ਬਿਲਕੁਲ ਮਨਾਹੀ ਹੈ। ਨਿਸ਼ਕਾਮ ਸੇਵਾ, ਸਰਬੱਤ ਦਾ ਭਲਾ, ਅਣਖ, ਆਜ਼ਾਦੀ ਤੇ ਦੇਸ਼ ਧਰਮ ਦੀ ਆਨ ਖਾਤਰ ਕੁਰਬਾਨੀ ਖਾਲਸੇ ਲਈ ਮੁੱਢਲਾ ਸਬਕ ਹੈ। ਇਹ ਕੁਦਰਤ ਦੀਆਂ ਲੀਹਾਂ ਤੇ ਚੱਲਣ ਵਾਲਾ ਪੰਥ ਹੈ, ਜਿਸ ਵਿੱਚ ਬਨਾਵਟ, ਝੂਠ, ਕਰਮਕਾਂਡ, ਨਿਰਮੂਲ ਰਸਮਾਂ, ਰਹੋ ਰੀਤਾਂ ਤੇ ਪਾਖੰਡ ਦੀ ਰੰਚਕ ਮਾਤਰ ਵੀ ਗੁੰਜਾਇਸ਼ ਨਹੀਂ। ਅੰਮ੍ਰਿਤਧਾਰੀ ਸਿੰਘ ਵਾਸਤੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਅਤੀ ਜ਼ਰੂਰੀ ਹੈ, ਜਿਸ ਵਿੱਚ ਕੋਈ ਛੋਟ ਜਾਂ ਢਿੱਲ ਨਹੀਂ ਹੋ ਸਕਦੀ। ਜੀਵਨ ਭਰ ਇਹਨਾਂ ਕਕਾਰਾਂ ਨੂੰ ਆਪਣੇ ਸਰੀਰ ਨਾਲੋਂ ਅੱਡ ਨਹੀਂ ਕਰਨਾ। ਸਰੀਰ ਦਾ ਕੋਈ ਵੀ ਰੋਮ ਨਹੀਂ ਛੇੜਨਾ। ਕੁੱਠਾ ਨਹੀਂ ਖਾਣਾ, ਤਮਾਕੂ ਨਹੀਂ ਪੀਣਾ। ਪਰ ਨਾਰੀ ਜਾਂ ਪਰ ਮਰਦ ਨਾਲ ਕੋਈ ਸਬੰਧ ਨਹੀਂ ਰੱਖਣਾ। ਯੁੱਧ ਵਿੱਚ ਕੋਈ ਹਥਿਆਰ ਸੁੱਟ ਦੇਵੇ ਤਾਂ ਉਸ ਤੇ ਵਾਰ ਨਹੀਂ ਕਰਨਾ। ਚੋਰ ਯਾਰ ਨਾਲ ਕੋਈ ਵਿਵਹਾਰ ਨਹੀਂ ਰੱਖਣਾ। ਜਿਨ੍ਹਾਂ ਦੇ ਹੱਡੀ ਗੁਲਾਮੀ ਰਚੀ ਹੋਈ ਸੀ ਤੇ ਅਣਖ ਗੁਆ ਕੇ ਅਸਲੋਂ ਹੀ ਸਾਹਸਹੀਣ ਹੋ ਚੁੱਕੇ ਸਨ ਅਤੇ ਮੁਗਲਿਆ ਸਾਮਰਾਜ ਵੱਲੋਂ ਬਖਸ਼ੀਆਂ ਮਾਮੂਲੀ ਨੌਕਰੀਆਂ ਜਾਂ ਛੋਟੀਆਂ ਜਾਗੀਰਾਂ ਲੈ ਕੇ ਬੇਅਣਖੀ ਭਰੀ ਖੁਸ਼ੀ ਵਿੱਚ ਜੂਨ ਕੱਟ ਰਹੇ ਸਨ ਤੇ ਪੁਰਾਣੇ ਖਿਆਲਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸਨ, ਉਹ ਇਸ ਨਵ ਚੇਤਨਾ ਵਾਲੇ ਖਾਲਸਈ ਜੀਵਨ ਤੋਂ ਬੜੇ ਘਬਰਾਏ। ਉਹਨਾਂ ਲਈ ਜਾਤ ਪਾਤ ਨੂੰ ਛੱਡ ਦੇਣਾ ਬੜੀ ਔਖੀ ਖੇਡ ਸੀ, ਪਰ ਸਿੰਘਾਂ ਦੀ ਗਿਣਤੀ ਵੱਧਦੀ ਹੀ ਗਈ। ਪੰਜਾਬ ਦੇ ਬਹੁਤੇ ਲੋਕਾਂ, ਖਾਸ ਕਰ ਖੇਤੀਬਾੜੀ ਕਰਨ ਵਾਲਿਆਂ ਨੇ ਅੰਮ੍ਰਿਤ ਛਕ ਲਿਆ। ਇੱਥੇ ਅਸੀਂ ਕੁਝ ਕੁ ਜ਼ਰੂਰੀ ਨੋਟ ਪੜ੍ਹ ਦਿੰਨੇ ਹਾਂ। 22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਜਾਤ ਅਭਿਮਾਨ ਕਰਕੇ ਅੰਮ੍ਰਿਤ ਨਹੀਂ ਸੀ ਛਕਿਆ। ਉਹ ਆਮ ਲੋਕਾਂ, ਜਿਨ੍ਹਾਂ ਨੂੰ ਉਹ ਨੀਵਾਂ ਸਮਝਦੇ ਸਨ, ਨਾਲ ਇੱਕ ਥਾਂ ਬੈਠਣ, ਇੱਕ ਭਾਂਡੇ ਚੋਂ ਅੰਮ੍ਰਿਤ ਛਕਣ ਤੇ ਇੱਕ ਬਰਤਨ ਚੋਂ ਪ੍ਰਸ਼ਾਦ ਛਕ ਕੇ ਛੂਤ ਛਾਤ ਨੂੰ ਤਿਆਗਣ ਤੋਂ ਇਨਕਾਰੀ ਹੋ ਗਏ। ਖਾਲਸਾ ਪੰਥ ਦੀ ਸਿਰਜਣਾ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਉਹਨਾਂ ਹੀ ਵਿਰੋਧ ਕੀਤਾ। ਉਹਨਾਂ ਇਹ ਧਾਰ ਲਈ ਸੀ ਕਿ ਖਾਲਸਾ ਪੰਥ ਨੂੰ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਹੀ ਖਤਮ ਕਰ ਦਿੱਤਾ ਜਾਵੇਗਾ, ਪਰ ਹੋਇਆ ਐਨ ਉਸ ਦੇ ਉਲਟ। ਮਿਟਾਉਣ ਵਾਲੇ ਖੁਦ ਫਨਾ ਫਿਲਾ ਹੋ ਗਏ ਤੇ ਖਾਲਸਾ ਸਾਰੇ ਸੰਸਾਰ ਭਰ ਵਿੱਚ ਪ੍ਰਸਿੱਧਤਾ ਨਾਲ ਵਿਚਰਨ ਲੱਗਾ। ਫੁੱਟਨੋਟ ਸਮਾਪਤ ਹੁੰਦਾ ਹੈ। ਔਰੰਗਜ਼ੇਬ ਜਦ ਆਪਣੇ ਕੋੜਮੇ ਕਬੀਲੇ ਵਿੱਚੋਂ ਤਖਤ ਦੇ ਹੋ ਸਕਣ ਵਾਲੇ ਸਾਰੇ ਦਾਅਵੇਦਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਰਾਜ ਸੱਤਾ ਦਾ ਮਾਲਕ ਬਣ ਗਿਆ ਤਾਂ ਹਿੰਦੂਆਂ ਉੱਤੇ ਨਵੇਂ ਸਿਰਿਓਂ ਜਜ਼ੀਆ ਲਾ ਦਿੱਤਾ ਗਿਆ। ਅਕਬਰ ਦੇ ਸਮੇਂ ਇਹ ਬੰਦ ਕਰ ਦਿੱਤਾ ਗਿਆ ਸੀ। ਹੋਰ ਕਈ ਬੰਦਸ਼ਾਂ ਵੀ ਲਾਗੂ ਕਰ ਦਿੱਤੀਆਂ ਗਈਆਂ, ਜਿਵੇਂ ਰੇਸ਼ਮੀ ਕੱਪੜੇ ਪਹਿਨਣੇ, ਸਫੈਦ ਪਗੜੀ ਤੇ ਤੁਰਾ ਛੱਡਣਾ, ਅਰਬੀ ਨਸਲ ਦੇ ਘੋੜੇ ਦੀ ਸਵਾਰੀ, ਪਾਲਕੀ ਦੀ ਸਵਾਰੀ, ਦਾੜੀ ਮੁੱਛ ਰੱਖਣੀ ਹਿੰਦੂਆਂ ਲਈ ਮਨਾਹੀ ਕਰ ਦਿੱਤੀ। ਕੋਈ ਵੀ ਹਿੰਦੂ ਨਾ ਹਥਿਆਰ ਰੱਖ ਸਕਦਾ ਸੀ, ਨਾ ਆਪਣੇ ਜਿਸਮ ਤੇ ਉਹਨਾਂ ਨੂੰ ਸਜਾ ਸਕਦਾ ਸੀ।
ਸਿੰਘਾਂ ਵਾਸਤੇ ਕੇਸ ਦਾੜੀ ਰੱਖਣਾ ਤੇ ਹਥਿਆਰ ਸਜਾਉਣਾ ਧਾਰਮਿਕ ਫਰਜ਼ ਸੀ। ਮੁਸਲਮਾਨਾਂ ਦੀ ਸਿੰਘਾਂ ਪ੍ਰਤੀ ਸੋਚ ਦਾ ਇਹ ਦੁਖਾਂਤ ਰਿਹਾ ਹੈ ਕਿ ਸਿੰਘਾਂ ਤੇ ਹਿੰਦੂਆਂ ਦੇ ਧਾਰਮਿਕ ਅੰਤਰ ਨੂੰ ਨਾ ਸਮਝਦੇ ਹੋਏ ਉਹਨਾਂ ਨੂੰ ਹਿੰਦੂਆਂ ਦਾ ਅੰਗ ਹੀ ਸਮਝਦੇ ਰਹੇ, ਭਾਵੇਂ ਸਿੰਘ ਹਿੰਦੂਆਂ ਵਿੱਚੋਂ ਹੀ ਬਣੇ ਸਨ। ਇਹਨਾਂ ਦੀਆਂ ਕਈ ਗੱਲਾਂ ਮੇਲ ਖਾਂਦੀਆਂ ਹਨ, ਰਿਸ਼ਤੇਦਾਰੀਆਂ ਵੀ ਹਨ, ਸਾਂਝ ਹੈ, ਪਿਆਰ ਹੈ ਜੋ ਹਮੇਸ਼ਾ ਹੀ ਰਹੇਗਾ। ਪਰ ਇਸ ਸਾਰੇ ਦੇ ਬਾਵਜੂਦ ਸਿੰਘਾਂ ਦਾ ਇੱਕ ਅਡਰੀ ਆਜ਼ਾਦ ਹਸਤੀ ਵਾਲਾ ਧਰਮ ਹੈ, ਇੱਕ ਆਜ਼ਾਦ ਬਰਾਦਰੀ ਹੈ ਜਿਸ ਦਾ ਨਾਂ ਖਾਲਸਾ ਪੰਥ ਹੈ। ਇਸ ਨੂੰ ਹਿੰਦੂਆਂ ਨਾਲ ਮਿਲਗੋਬਾ ਨਹੀਂ ਕੀਤਾ ਜਾ ਸਕਦਾ। ਸਮੇਂ ਦੀ ਹਕੂਮਤ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਸਿੰਘਾਂ ਦੇ ਕੇਸ ਰੱਖਣ ਤੇ ਹਥਿਆਰ ਸਜਾਉਣ ਅਤੇ ਘੋੜੇ ਦੀ ਸਵਾਰੀ ਨੂੰ ਵੇਖਦਿਆਂ ਹੋਇਆਂ ਆਪਣੇ ਲਈ ਖਤਰਾ ਸਮਝਿਆ ਤੇ ਪੂਰੀ ਸਖਤੀ ਨਾਲ ਸਿੰਘਾਂ ਨੂੰ ਦਬਾ ਦੇਣਾ ਚਾਹਿਆ। ਮੁਗਲਿਆ ਹਕੂਮਤ ਤੇ ਖਾਲਸਾ ਪੰਥ ਵਿਚਕਾਰ ਇਹ ਵਿਰੋਧ ਸ਼ਸਤਰੀ ਟਾਕਰੇ ਦਾ ਰੂਪ ਧਾਰਨ ਕਰ ਗਿਆ। ਸਿੰਘ ਨਗਾਰੇ ਵਜਾਉਂਦੇ, ਸਨੱਧਬੱਧ ਹੋ ਕੇ ਨਿਸ਼ਾਨ ਲੈ ਕੇ ਘੋੜਿਆਂ ਤੇ ਚੜ੍ਹ ਕੇ ਵਿਚਰਦੇ। ਸ਼ਿਕਾਰ ਜਿਸ ਦੀ ਹਿੰਦੂਆਂ ਲਈ ਸਖਤ ਬੰਦਸ਼ ਸੀ, ਸਿੰਘ ਉਹ ਵੀ ਵੱਜ ਗੱਜ ਕੇ ਖੇਡਦੇ। ਐਦਿਆਂ ਦੀ ਸਵਾਰੀ ਵਾਲੀਆਂ ਪਾਲਕੀਆਂ ਚੁੱਕਣੋਂ ਸਾਫ਼ ਇਨਕਾਰ ਕਰਦੇ ਤੇ ਪਿੰਡ ਵਿੱਚ ਆਇਆਂ ਨੂੰ ਜਬਰੀ ਮੰਗਣ ਤੇ ਰਸਦ ਪਾਣੀ ਜਾਂ ਘਾਹ ਪੱਠਾ ਵੀ ਨਾ ਦਿੰਦੇ। ਇੰਜ ਇਹ ਲਹਿਰ ਦਿਨ ਬ ਦਿਨ ਜ਼ੋਰ ਫੜਦੀ ਗਈ। ਮੁਗਲ ਹਕੂਮਤ ਦੀ ਸਖਤੀ ਵੀ ਨਾਲ ਵੱਧਦੀ ਗਈ। ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾਂ ਪਹਾੜੀਆਂ ਤੇ ਫਿਰ ਸ਼ਾਹੀ ਫੌਜਾਂ ਨਾਲ ਬੜੀਆਂ ਭਾਰੀਆਂ ਲੜਾਈਆਂ ਹੋਈਆਂ। ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਚਾਰੇ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ। ਸਿੰਘ ਵੀ ਬੇਸ਼ੁਮਾਰ ਸ਼ਹੀਦ ਹੋ ਗਏ। ਨਿਬੇੜਾ ਕਿਸੇ ਧਿਰ ਦੀ ਹਾਰ ਜਿੱਤ ਵਿੱਚ ਨਾ ਹੋਇਆ। ਜਦ ਔਰੰਗਜ਼ੇਬ ਮੋਇਆ ਤਾਂ ਉਸ ਦੇ ਲੜਕੇ ਮੁਅੱਜ਼ਮ ਬਹਾਦਰ ਸ਼ਾਹ ਨੇ ਰਾਜਗੱਦੀ ਪ੍ਰਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਆਸ਼ੀਰਵਾਦ ਤੇ ਸਹਾਇਤਾ ਇਹ ਵਚਨ ਦੇ ਕੇ ਪ੍ਰਾਪਤ ਕਰ ਲਈ ਕਿ ਉਹ ਧਾਰਮਿਕ ਭਿੰਨ ਭੇਦਾਂ ਤੇ ਰੂਹ ਰਿਆਇਤਾਂ ਤੋਂ ਉੱਪਰ ਉੱਠ ਕੇ ਹੱਕ ਇਨਸਾਫ ਦਾ ਰਾਜ ਚਲਾਏਗਾ। ਜਿਨ੍ਹਾਂ ਸਰਕਾਰੀ ਅਫਸਰਾਂ, ਭਾਵੇਂ ਉਹ ਕਿੱਡੇ ਵੀ ਵੱਡੇ ਅਹੁਦੇ ਉੱਤੇ ਕਿਉਂ ਨਾ ਹੋਣ, ਗੁਰੂ ਜੀ ਉੱਤੇ ਵਧੀਕੀਆਂ ਤੇ ਅਤਿਆਚਾਰ ਕੀਤੇ ਹਨ, ਉਹਨਾਂ ਨੂੰ ਗੁਰੂ ਜੀ ਦੇ ਹਵਾਲੇ ਕਰ ਦੇਵੇਗਾ। ਉਹਨਾਂ ਨੂੰ ਸਖਤ ਸਜ਼ਾਵਾਂ ਤੋਂ ਬਖਸ਼ਿਆ ਨਹੀਂ ਜਾਵੇਗਾ। ਬਹਾਦਰ ਸ਼ਾਹ ਨੇ ਜਦ ਰਾਜ ਸੱਤਾ ਪ੍ਰਾਪਤ ਕਰ ਲਈ ਤਾਂ ਆਪਣੇ ਇਕਰਾਰਾਂ ਵੱਲੋਂ ਕੇਸਲ ਮਾਰਨੀ ਸ਼ੁਰੂ ਕਰ ਦਿੱਤੀ। ਦਸ਼ਮੇਸ਼ ਜੀ ਜਦ ਦਿੱਲੀੋਂ ਦੱਖਣ ਵੱਲ ਨੂੰ ਚਾਲੇ ਪਾ ਗਏ ਤਾਂ ਬਾਦਸ਼ਾਹ ਵੀ ਦੱਖਣ ਦੇ ਬੰਦੋਬਸਤ ਲਈ ਉਸ ਪਾਸੇ ਚੱਲ ਪਿਆ। ਬੁਰਹਾਨਪੁਰ ਇੱਕ ਵਾਰ ਫਿਰ ਮੇਲ ਹੋਇਆ ਤੇ ਨੰਦੇੜ ਤੱਕ ਗੁਰੂ ਮਹਾਰਾਜ ਤੇ ਬਾਦਸ਼ਾਹ ਇਕੱਠੇ ਹੀ ਗਏ। ਮਰਹੱਟਿਆਂ ਵੱਲੋਂ ਤਾਂ ਭਾਵੇਂ ਅਜੇ ਜ਼ਿਆਦਾ ਬਗਾਵਤ ਨਹੀਂ ਸੀ ਹੋ ਰਹੀ, ਪਰ ਉਸਦਾ ਆਪਣਾ ਭਰਾ ਕਾਮ ਬਖਸ਼ ਜੋ ਗੁਜਰਾਤ ਦਾ ਗਵਰਨਰ ਸੀ, ਬਾਗੀ ਹੋ ਗਿਆ ਤੇ ਉਸਨੇ ਆਪਣੀ ਖੁਦਮੁਖਤਾਰੀ ਦਾ ਐਲਾਨ ਕਰ ਦਿੱਤਾ। ਬਹਾਦਰ ਸ਼ਾਹ ਗੁਰੂ ਜੀ ਨਾਲ ਕੀਤੇ ਕੌਲ ਪੂਰੇ ਕਰਨ ਵਿੱਚ ਟਾਲ ਮਟੋਲ ਵੀ ਕਰ ਰਿਹਾ ਸੀ ਤੇ ਉਹਨਾਂ ਨੂੰ ਨਾਲ ਲੈ ਜਾ ਕੇ ਮਰਹੱਟਿਆਂ ਦੇ ਵਿਰੁੱਧ ਵੀ ਵਰਤਣਾ ਚਾਹੁੰਦਾ ਸੀ। ਗੁਰੂ ਜੀ ਨੇ ਉਸਦੀ ਇਸ ਚਾਲ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਤਾਂ ਨੰਦੇੜ ਹੀ ਰੁਕ ਗਏ ਤੇ ਬਹਾਦਰ ਸ਼ਾਹ ਅੱਗੇ ਨੂੰ ਚੱਲ ਪਿਆ। ਇਨੀ ਦਿਨੀ ਮਾਧੋ ਦਾਸ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਕੇ ਬੰਦਾ ਬਹਾਦਰ ਬਣ ਚੁੱਕਾ ਸੀ ਅਤੇ ਪਹਾੜੀ ਰਾਜਿਆਂ ਤੇ ਜ਼ਾਲਮ ਮੁਗਲਾਂ ਅਫਸਰਾਂ ਦੀ ਸੁਧਾਈ ਲਈ ਗੁਰੂ ਜੀ ਤੋਂ ਆਗਿਆ ਤੇ ਆਸ਼ੀਰਵਾਦ ਲੈ ਕੇ ਪੰਜਾਬ ਨੂੰ ਰਵਾਨਾ ਹੋ ਗਿਆ ਸੀ। ਉਸਨੇ ਪੰਜਾਬ ਅੱਪੜ ਕੇ ਹੇਠਲੀ ਉੱਤੇ ਲਿਆ ਦਿੱਤੀ ਅਤੇ ਕਰਨਾਲ ਤੋਂ ਲੈ ਕੇ ਲਾਹੌਰ ਦੀਆਂ ਕੰਧਾਂ ਤੱਕ ਮੁਗਲਿਆ ਰਾਜ ਦੀ ਸੱਫ ਵਲੇਟ ਕੇ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ। ਜ਼ਾਲਮਾਂ ਦੁਸ਼ਟਾਂ ਨੂੰ ਚੁਣ ਕੇ ਮਾਰਿਆ। ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ ਜੋ ਕਪਾਲ ਮੋਚਨ ਜ਼ਿਲ੍ਹਾ ਅੰਬਾਲਾ ਤੋਂ 20-22 ਕਿਲੋਮੀਟਰ ਪਹਾੜਾਂ ਦੀ ਗੋਦ ਵਿੱਚ ਹੈ। ਪੰਜਾਬ ਦੀਆਂ ਘਟਨਾਵਾਂ ਦੀ ਖਬਰ ਬਾਦਸ਼ਾਹ ਨੂੰ ਉਜੈਨ ਵਿਖੇ ਉਸਦੇ ਕੈਂਪ ਵਿੱਚ ਮਿਲੀ। ਕਾਮ ਬਖਸ਼ ਨੂੰ ਉਸਨੇ ਮਾਰ ਲਿਆ ਸੀ, ਇਸ ਲਈ ਸਾਰੀ ਫੌਜ ਸਮੇਤ ਰਾਜਪੂਤਾਂ ਦੀਆਂ ਸੈਨਾਵਾਂ ਦੇ ਉਹ ਬੰਦਾ ਸਿੰਘ ਵਿਰੁੱਧ ਪੰਜਾਬ ਨੂੰ ਚੜ੍ਹ ਪਿਆ। ਬਾਦਸ਼ਾਹ ਅਜਮੇਰ ਪੁੱਜਾ ਸੀ ਕਿ ਵਜੀਦ ਖਾਨ ਦੇ ਪੁੱਤਰ ਸਰਹੰਦ ਤੇ ਸਮਾਣੇ ਦੇ ਸੈਯਦਾਂ ਤੇ ਹੋਰ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਇੱਥੇ ਪੁੱਜੇ ਤੇ ਸਭ ਹੋਈ ਬੀਤੀ ਨਾਲ 100 ਝੂਠ ਗੰਢ ਕੇ ਵਧਾ ਚੜਾ ਕੇ ਦੱਸ ਕੇ ਬੁੱਢੇ ਬਾਦਸ਼ਾਹ ਨੂੰ ਖੂਬ ਭਖਾ ਦਿੱਤਾ। ਲਸ਼ਕਰ ਨੇ ਤਤਕਾਲ ਕੂਚ ਕੀਤਾ ਤੇ ਤੇਜ਼ ਰਫ਼ਤਾਰ ਕਾਫਿਲਾ ਰਾਹੀਂ ਹੁਕਮ ਭਿਜਵਾ ਦਿੱਤੇ ਕਿ ਇਲਾਹਾਬਾਦ ਤੱਕ ਦੀਆਂ ਫੌਜਾਂ ਇਕੱਠੀਆਂ ਹੋ ਕੇ ਬਾਦਸ਼ਾਹ ਦਾ ਦਿੱਲੀੋਂ ਬਾਹਰ 8 ਕੋਹ ਦੀ ਵਿੱਥ ਤੇ ਮਿੱਥੇ ਥਾਂ ਉੱਤੇ ਇੰਤਜ਼ਾਰ ਕਰਨ। ਬਾਦਸ਼ਾਹ ਦਿੱਲੀ ਨਹੀਂ ਵੜਿਆ।
ਸਾਰੇ ਲਾਮ ਲਸ਼ਕਰ ਨੂੰ ਲੈ ਕੇ ਲੋਹਗੜ੍ਹ ਨੂੰ ਘੇਰ ਲਿਆ। ਦੁਵੱਲੀ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ। ਇਸ ਘੇਰੇ ਸਮੇਂ ਬਾਦਸ਼ਾਹ ਆਪ, ਉਸਦੇ ਚਾਰੇ ਸ਼ਹਿਜ਼ਾਦੇ ਤੇ ਬੜੇ ਤਜਰਬੇਕਾਰ ਜਰਨੈਲ ਤੇ ਕਈ ਰਾਜਪੂਤ ਰਾਜੇ ਬੰਦਾ ਸਿੰਘ ਦੇ ਮੁਕਾਬਲੇ ਤੇ ਸਨ। ਇਹ ਲੱਖਾਂ ਦਾ ਘੇਰਾ ਸੀ, ਪਰ ਬਾਦਸ਼ਾਹ ਦੀ ਮਾਯੂਸੀ ਤੇ ਗੁੱਸੇ ਦੀ ਹੱਦ ਨਾ ਰਹੀ ਜਦ ਬੰਦਾ ਸਿੰਘ ਆਪਣੇ ਸਾਰੇ ਜ਼ਖੀਰੇ ਸਾੜ ਫੂਕ ਕੇ ਨਾਹਨ ਦੀਆਂ ਪਹਾੜੀਆਂ ਵੱਲ ਨਿਕਲ ਗਿਆ। ਬਹਾਦਰ ਸ਼ਾਹ ਲੋਹਗੜ੍ਹੋਂ ਆਹਿਸਤਾ ਲਾਹੌਰ ਵੱਲ ਨੂੰ ਹੋ ਤੁਰਿਆ। ਇੱਥੇ ਆ ਕੇ ਇਸ ਸੁਝਾਅ ਤੇ ਕਿ ਨਾਨਕ ਪੰਥੀ ਸਿੰਘ ਹਿੰਦੂਆਂ ਦੇ ਭੇਸ ਵਿੱਚ ਆ ਕੇ ਲਸ਼ਕਰ ਤੇ ਸ਼ਹਿਰ ਵਿੱਚ ਨੁਕਸਾਨ ਕਰ ਜਾਂਦੇ ਹਨ, ਉਸਨੇ ਹੁਕਮ ਜਾਰੀ ਕਰ ਦਿੱਤਾ ਕਿ ਕੋਈ ਹਿੰਦੂ ਜੋ ਲਸ਼ਕਰ ਵਿੱਚ ਹੈ ਦਾੜੀ ਮੁੱਛ ਨਾ ਰੱਖੇ, ਉਹਨਾਂ ਤੋਂ ਇਹ ਇਜਾਜ਼ਤ ਵਾਪਸ ਲਈ ਜਾਂਦੀ ਹੈ। ਰਾਤੋਂ ਰਾਤ ਦਾੜੀਆਂ ਸਫਾ ਚੱਟ ਹੋ ਗਈਆਂ। ਇਸ ਤੋਂ ਪਿੱਛੋਂ ਸ਼ਹਿਰੀ ਵਸਨੀਕ ਹਿੰਦੂਆਂ ਤੋਂ ਵੀ ਇਹ ਇਜਾਜ਼ਤ ਵਾਪਸ ਲੈ ਲਈ ਤੇ ਉਹਨਾਂ ਵੀ ਸਿਰ ਮੂੰਹ ਮੁਨਵਾ ਦਿੱਤੇ। ਬਾਦਸ਼ਾਹ ਨੂੰ ਸਿੰਘਾਂ ਵਿਰੁੱਧ ਜਦ ਹੋਰ ਭਖਾਇਆ ਗਿਆ ਤਾਂ ਉਸਨੇ 10 ਦਸੰਬਰ 1710 ਈਸਵੀ ਨੂੰ ਸਿੰਘਾਂ ਦਾ ਸਿਰਿਓਂ ਹੀ ਕਤਲਾਮ ਕਰ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ। ਇਹ ਸਿੰਘਾਂ ਵਿਰੁੱਧ ਕਤਲੇਆਮ ਦਾ ਪਹਿਲਾ ਬਾਦਸ਼ਾਹੀ ਫੁਰਮਾਨ ਸੀ। ਇਸ ਤੋਂ ਪਿੱਛੋਂ ਫਿਰ ਚੱਲ ਰਹੀ। ਦੂਜਾ, ਕਿਨਾਂ ਹਾਲਾਤ ਤੇ ਸਮੇਂ ਵਿੱਚ ਭਾਈ ਤਾਰੂ ਸਿੰਘ ਜੀ ਹੋਏ। ਦਿੱਲੀ, ਲਾਹੌਰ, ਸਰਹੰਦ, ਮੁਲਤਾਨ, ਕਸ਼ਮੀਰ, ਪਹਾੜੀ ਰਾਜਿਆਂ, ਰਾਜਪੂਤ ਰਾਜਿਆਂ, ਨਿੱਕੇ ਮੋਟੇ ਨਵਾਬਾਂ ਦੀਆਂ ਫੌਜਾਂ ਉੱਤੇ ਬੇਓੜ ਕੇ ਮੁਖਲਈਏ ਦੀ ਸਹਾਇਤਾ ਨਾਲ ਅਬਦੁਸਮਦ ਖਾਨ ਗਵਰਨਰ ਲਾਹੌਰ ਨੇ ਬੰਦਾ ਸਿੰਘ ਨੂੰ ਥੋੜੇ ਜਿਹੇ ਸਾਥੀਆਂ ਨਾਲ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰ ਲਿਆ ਤੇ ਇਹ ਘੇਰਾ 8 ਮਹੀਨੇ ਤੋਂ ਕੁਝ ਦਿਨ ਉੱਪਰ ਜਾਰੀ ਰਿਹਾ। ਰਸਦ ਪੱਠੇ ਤੇ ਦਾਰੂ ਸਿੱਕੇ ਦੀ ਘਾਟ ਨੇ ਭਾਵੇਂ ਘਿਰਿਆਂ ਹੋਇਆਂ ਦੀ ਬੜੀ ਮੰਦੀ ਹਾਲਤ ਕਰ ਦਿੱਤੀ ਸੀ, ਫਿਰ ਵੀ ਫੌਜ ਡਰਦੀ ਗੜੀ ਦੇ ਨੇੜੇ ਨਹੀਂ ਸੀ ਫਟਕਦੀ। ਕਿਸੇ ਪਾਸੇ ਗੱਲ ਨਾ ਲੱਗਦੀ ਵੇਖ ਕੇ ਅੰਤ ਨੂੰ ਸੁਲਹ ਦਾ ਫਰੇਬੀ ਜਾਲ ਤਾਣਿਆ ਗਿਆ ਤੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਵਾਂਗ ਹੀ ਕੁਰਾਨ ਦੀ ਕਸਮ ਖਾ ਕੇ ਬੰਦਾ ਸਿੰਘ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਉਸ ਨਾਲ ਬਾਦਸ਼ਾਹ ਸੁਲਾਹ ਕਰਦਾ ਹੈ, ਗੜੀ ਛੱਡ ਕੇ ਬਾਹਰ ਆ ਜਾਵੇ ਤੇ ਗੁਜ਼ਾਰੇ ਲਈ ਕੁਝ ਇਲਾਕਾ ਲੈਣਾ ਤੈਅ ਕਰਨ ਲਈ ਗੱਲਬਾਤ ਕਰ ਲਵੇ। ਇੰਜ ਵਿਸਾਘਾਤ ਕਰਕੇ ਉਸ ਨੂੰ ਸਾਥੀਆਂ ਸਮੇਤ ਫੜ ਲਿਆ। ਜ਼ਖਮੀ ਤੇ ਬਿਮਾਰ ਤਾਂ ਗੜੀ ਦੇ ਪਾਸ ਹੀ ਕਤਲਾ ਦਿੱਤੇ ਗਏ। ਬਾਕੀ 746 ਦੇ ਕਰੀਬ ਫੜ ਕੇ ਲਾਹੌਰ ਲੈ ਆਂਦੇ। ਲਾਹੌਰੋਂ ਦਿੱਲੀ ਨੂੰ ਲੈ ਜਾਣ ਲੱਗਿਆਂ ਜ਼ਕਰੀਆ ਖਾਨ ਨੂੰ ਫੁਰਿਆ ਕਿ ਕੈਦੀਆਂ ਦੀ ਗਿਣਤੀ ਤਾਂ ਕੁਝ ਸੈਂਕੜੇ ਹੈ। ਦਿੱਲੀ ਵਿੱਚ ਤਾਨੇ ਵੱਜਣਗੇ ਕਿ ਲੱਖਾਂ ਦੀ ਗਿਣਤੀ ਨਾਲ 8 ਮਹੀਨਿਆਂ ਤੋਂ ਵੀ ਵੱਧ ਸਮੇਂ ਤੱਕ ਘੇਰੇ ਦਾ ਨਤੀਜਾ ਇਹ 746 ਆਦਮੀ ਹਨ, ਜਿਨ੍ਹਾਂ ਪਾਸ ਹਥਿਆਰ ਵੀ ਪੂਰੇ ਨਹੀਂ। ਬੜੀ ਵੱਡੀ ਸੂਰਮਗਤੀ ਕਰਕੇ ਆਏ ਹੋ। ਸਿਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਬਸ ਸੋਚ ਦੀ ਢਿੱਲ ਸੀ। ਫੌਜਾਂ ਤਲਵਾਰਾਂ ਸੂਤ ਕੇ ਪੰਜਾਬ ਦੀਆਂ ਪਿੰਡਾਂ ਵਿੱਚ ਵੜ ਗਈਆਂ ਤੇ ਜ਼ੁਲਮ ਜਬਰ ਦੇ ਭਾਂਬੜ ਬਾਲ ਕੇ ਰੱਖ ਦਿੱਤੇ। ਜੋ ਪੱਗ ਬੰਨ ਕਾਬੂ ਆਇਆ ਲਾਹੌਰ ਲਿਆ ਕੇ ਕਤਲ ਕੀਤਾ ਗਿਆ ਤੇ ਸਿਰਾਂ ਦੇ ਸੈਂਕੜੇ ਗੱਡੇ ਭਰ ਕੇ ਕੈਦੀਆਂ ਦੇ ਨਾਲ ਹੀ ਪਿੱਛੇ ਦਿੱਲੀ ਨੂੰ ਤੋਰ ਦਿੱਤੇ ਤਾਂ ਕਿ ਉੱਥੇ ਇਹ ਭੁਲੇਖਾ ਪਾਇਆ ਜਾ ਸਕੇ ਕਿ ਬੜੀ ਭਿਆਨਕ ਲੜਾਈ ਵਿੱਚ ਇੰਨੇ ਸਿੱਖ ਮਾਰ ਕੇ ਬੰਦਾ ਸਿੰਘ ਨੂੰ ਬੜੀ ਮੁਸ਼ਕਲ ਨਾਲ ਫੜਿਆ ਜਾ ਸਕਿਆ ਹੈ। ਲਾਹੌਰੋਂ ਦਿੱਲੀ ਨੂੰ ਜਾਂਦਿਆਂ ਰਾਹ ਦੇ ਆਸ-ਪਾਸ ਦਿਆਂ ਪਿੰਡਾਂ ਵਿੱਚੋਂ ਇੰਜ ਹੀ ਸਿੰਘਾਂ ਦਾ ਸ਼ਿਕਾਰ ਖੇਡਿਆ ਜਾਂਦਾ ਰਿਹਾ ਤੇ ਜੋ ਕਾਬੂ ਆਇਆ ਕਤਲ ਕਰਕੇ ਸਿਰ ਗੱਡਿਆਂ ਵਿੱਚ ਸੁੱਟ ਲਿਆ ਜਾਂਦਾ ਰਿਹਾ। ਬੰਦਾ ਸਿੰਘ ਦੇ ਸਾਥੀ ਸਿੰਘ ਮਾਰਚ 1716 ਵਿੱਚ ਕੁਤਵਾਲੀ ਦੇ ਸਾਹਮਣੇ ਅਜੋਕੀ ਗਾਂਧੀ ਲਾਇਬ੍ਰੇਰੀ ਵਾਲੀ ਥਾਂ 100 ਕਰਕੇ ਰੋਜ਼ ਕਤਲ ਹੁੰਦੇ ਰਹੇ। ਕਿਸੇ ਨੇ ਵੀ ਜਾਨ ਬਚਾਉਣ ਲਈ ਇਸਲਾਮ ਨਾ ਕਬੂਲਿਆ। ਸਮੇਤ 8 ਜਰਨੈਲਾਂ ਤੇ ਆਪਣੇ 4 ਸਾਲਾਂ ਦੇ ਬੱਚੇ ਦੇ ਬੰਦਾ ਸਿੰਘ ਨੂੰ ਕੁਤਬ ਸਾਹਿਬ ਦੀ ਲਾਠ ਦੇ ਲਾਗੇ 9 ਜੂਨ 1716 ਈਸਵੀ ਨੂੰ ਬੜੇ ਭਾਰੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦਿੱਲੀ ਵਿੱਚ ਬੈਠਿਆਂ ਹਿੰਦੁਸਤਾਨ ਦੇ ਬਾਦਸ਼ਾਹ ਫਰਖਸ਼ੀਰ ਨੇ ਸਮਝ ਲਿਆ ਕਿ ਸਿੱਖ ਨਾਮ ਦੀ ਚੀਜ਼ ਸਦਾ ਲਈ ਦੁਨੀਆ ਵਿੱਚੋਂ ਖਤਮ ਕਰ ਦਿੱਤੀ ਗਈ ਹੈ। ਇੱਕ ਹੱਦ ਤੱਕ ਉਸ ਦੀ ਇਹ ਮਨੌਤ ਠੀਕ ਵੀ ਸੀ। ਸਿੱਖਾਂ ਦਾ ਬਹੁਤ ਹੀ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਸੀ। ਸਾਰੇ ਹੀ ਸਮਝਣ ਲੱਗ ਪਏ ਸਨ ਕਿ ਸਿੱਖ ਹੁਣ ਮਿਟਾ ਦਿੱਤੇ ਗਏ ਹਨ, ਇਹ ਕਦੀ ਉੱਠ ਨਹੀਂ ਸਕਣਗੇ। ਬਾਦਸ਼ਾਹ ਨੇ ਖਾਸ ਤੌਰ ਤੇ ਖਿੱਲਤ ਦੇ ਕੇ ਜ਼ਕਰੀਆ ਖਾਨ ਨੂੰ ਮਾਣ ਵਡਿਆਈ ਦਿੱਤੀ ਤੇ ਉਸ ਦਾ ਮਰਤਬਾ ਵਧਾਇਆ ਗਿਆ।
ਅਬਦੁਸਮਦ ਖਾਨ ਦਲੇਰ ਜੰਗ ਨੂੰ ਇਸ ਚੰਗੇ ਕੰਮ ਲਈ ਵਧਾਈ ਭੇਜੀ ਗਈ। ਸਤਿਕਾਰ ਦਿੱਤਾ ਗਿਆ ਤੇ ਨਾਲ ਹੀ ਆਦੇਸ਼ ਦਿੱਤਾ ਗਿਆ ਕਿ ਸਿੱਖਾਂ ਪ੍ਰਤੀ ਸਖਤੀ ਵਿੱਚ ਢਿੱਲ ਨਾ ਆਵੇ। ਜੇ ਕੋਈ ਲੁਕ ਛਿਪ ਕੇ ਬਚ ਗਿਆ ਹੋਵੇ ਤਾਂ ਇਹਨਾਂ ਦੇ ਕਤਲਾਮ ਤੇ ਤਬਾਹੀ ਲਈ ਨਵੇਂ ਸਿਰਿਓਂ ਕਿਸੇ ਨਵੇਂ ਫਰਮਾਨ ਦੀ ਲੋੜ ਨਹੀਂ ਹੈ। ਸ਼ਹਿਨशाह ਬਹਾਦਰ ਸ਼ਾਹ ਖੁਲਦਨਸ਼ੀਨ ਮਰਹੂਮ ਵੱਲੋਂ ਦਸੰਬਰ 1710 ਈਸਵੀ ਨੂੰ ਸਿੱਖਾਂ ਦੇ ਕਤਲਾਮ ਲਈ ਜਾਰੀ ਕੀਤਾ ਗਿਆ ਫਰਮਾਨ ਸਿੱਖਾਂ ਵਿਰੁੱਧ ਹਮੇਸ਼ਾ ਲਈ ਲਾਗੂ ਸਮਝਿਆ ਜਾਵੇ। ਅਬਦੁਸਮਦ ਖਾਨ ਨੇ ਸਿੱਖਾਂ ਨੂੰ ਫਨਾ ਫਿਲਾ ਕਰਨ ਵਿੱਚ ਕੋਈ ਕਸਰ ਨਾ ਛੱਡੀ। ਗ੍ਰਾਮ ਬਸਤੀਆਂ ਤਾਂ ਇੱਕ ਪਾਸੇ ਰਹੀਆਂ, ਉਸਨੇ ਜੰਗਲ ਬੇਲੇ ਤੇ ਝਾੜ ਬੂਟ ਵੀ ਹੰਡ ਮਾਰੇ। ਜੋ ਸਿੱਖ ਫੜਿਆ ਗਿਆ ਲਾਹੌਰ ਮੰਗਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਰਾਠ ਸਿੰਘ ਭਾਵੇਂ ਗਿਣਤੀ ਵਿੱਚ ਬਹੁਤ ਜ਼ਿਆਦਾ ਨਹੀਂ ਸਨ ਰਹਿ ਗਏ, ਪਰ ਮੁਗਲੀਆਂ ਫੌਜਾਂ ਨਾਲ ਬਰਾਬਰ ਟੱਕਰਾਂ ਲੈਂਦੇ ਰਹੇ। ਇਹ ਅਸਾਵਾਂ ਮੁਕਾਬਲਾ ਸੀ। ਜਦ ਪਾਣੀ ਸਿਰੋਂ ਲੰਘਦਾ ਦੱਸਿਆ ਤਾਂ ਕੁਝ ਕੁ ਹੱਠੀਆਂ ਨੂੰ ਛੱਡ ਕੇ ਬਹੁਤ ਸਾਰੇ ਪੰਜਾਬੋਂ ਨਿਕਲ ਗਏ। ਬੰਦਾ ਸਿੰਘ ਦੇ ਰਾਜਕਾਲ ਵਿੱਚ ਉਸਦੇ ਜਾਹੋ ਜਲਾਲ ਤੇ ਸ਼ਕਤੀ ਨੂੰ ਵੇਖ ਕੇ ਬਹੁਤ ਸਾਰੇ ਹਿੰਦੂ ਅੰਮ੍ਰਿਤਧਾਰੀ ਬਣ ਗਏ ਸਨ। ਇਹ ਸੌਦਾ ਸਿਰਫ ਗਾਉਂ ਦਾ ਸੀ, ਪਰ ਜਦ ਉਸਦੀ ਸ਼ਹੀਦੀ ਪਿੱਛੋਂ ਬਿਪਤਾ ਦੇ ਕਟਕ ਸਿਰ ਤੇ ਆਣ ਚੜੇ, ਸਖਤੀ ਨਾ ਝੱਲ ਸਕਦੇ ਹੋਏ ਜਾਨਾਂ ਬਚਾਉਣ ਲਈ ਸਿੱਖੀ ਤਿਆਗ ਕੇ ਫੌਰਨ ਆਪਣੇ ਪਹਿਲੇ ਅਸਲੀ ਰੂਪ ਵਿੱਚ ਆ ਗਏ। ਸਿਲਸਿਲਾ ਇੱਥੇ ਹੀ ਨਾ ਰੁਕਿਆ, ਕਿਉਂਕਿ ਸਿੱਖ ਹੋਣਾ ਹਕੂਮਤ ਦਾ ਵਿਦਰੋਹੀ ਮੰਨਿਆ ਜਾਂਦਾ ਹੈ। ਇਹਨਾਂ ਦੇ ਆਪਣੇ ਦੋਖੀ ਸ਼ਰੀਕਾਂ ਨੇ ਹੀ ਦੱਸਾਂ ਪਾ ਕੇ ਇਹਨਾਂ ਉੱਤੇ ਅਤਿਆਚਾਰ ਕਰਵਾਏ ਤੇ ਇਹ ਲੋਕ ਮਾਰੀ ਦੇ ਪ੍ਰਾਣ ਬਚਾਉਣ ਖਾਤਰ ਧੜਾ ਧੜ ਮੁਸਲਮਾਨ ਬਣਦੇ ਗਏ ਤੇ ਬਣੇ ਵੀ ਪਿੰਡਾਂ ਦੇ ਪਿੰਡ। ਬੰਦਾ ਸਿੰਘ ਦੀ ਸ਼ਹਾਦਤ ਪਿੱਛੋਂ ਦਲੇਰੇ ਜੰਗ ਨੇ 5-6 ਸਾਲ ਤੱਕ ਸਿੱਖਾਂ ਉੱਤੇ ਬੜੇ ਕਹਿਰ ਤੋੜੇ, ਪਰ ਪਿੱਛੋਂ ਆ ਕੇ ਐਸ਼ੋ ਇਸ਼ਰਤ ਵਿੱਚ ਖਚਿਤ ਹੋ ਜਾਣ ਕਰਕੇ ਸਿੱਖਾਂ ਵੱਲੋਂ ਕਾਫੀ ਢਿੱਲਾ ਪੈ ਗਿਆ। ਸੰਭਵ ਹੈ ਕਿ ਉਹ ਸਮਝ ਬੈਠਾ ਹੋਵੇ ਕਿ ਉਸਨੇ ਪੰਜਾਬ ਵਿੱਚੋਂ ਸਿੱਖਾਂ ਦਾ ਮੂਲੋਂ ਹੀ ਸਫਾਇਆ ਕਰ ਦਿੱਤਾ ਹੈ। ਇਹ ਉਸਦੀ ਭੁੱਲ ਸੀ। ਸਿੱਖਾਂ ਨੂੰ ਪੰਜਾਬ ਨਾਲੋਂ ਕੌਣ ਅਲਹਿਦਾ ਕਰ ਸਕਦਾ ਹੈ। ਜਦ ਸਖਤੀ ਵਿੱਚ ਢਿੱਲ ਆਈ ਤਾਂ ਸਿੰਘ ਝਲਾਂ, ਬੀੜਾਂ, ਜੰਗਲਾਂ ਤੇ ਪਹਾੜਾਂ ਨੂੰ ਛੱਡ ਕੇ ਆਪਣੇ ਗ੍ਰਾਮਾਂ ਨਗਰਾਂ ਵੱਲ ਪਰਤੇ। ਹਕੂਮਤ ਨਾਲ ਸ਼ਸਤਰੀ ਟਾਕਰਾ ਕਰਨ ਵਾਲੇ ਤੇ ਪੱਕੇ ਤੌਰ ਤੇ ਪਿੰਡਾਂ ਵਿੱਚ ਨਾ ਟਿਕੇ, ਪਰ ਗੁਰਮੁਖ ਵਿੱਚ ਅਮਨ ਚੈਨ ਨਾਲ ਆਪਣੀ ਖੇਤੀਬਾੜੀ ਦੇ ਕੰਮਾਂ ਵਿੱਚ ਲੱਗ ਗਏ। ਅਬਦੁਸਮਦ ਖਾਨ ਦੀ ਇਹ ਢਿੱਲ ਸਿੰਘਾਂ ਲਈ ਬੜੀ ਲਾਭਵੰਦੀ ਸਿੱਧ ਹੋਈ। ਇਹ ਸੁੱਖ ਦਾ ਸਮਾਂ ਬਹੁਤ ਦੇਰੀ ਤੱਕ ਕਾਇਮ ਨਾ ਰਿਹਾ। ਦਲੇਰ ਜੰਗ ਦੀ ਢਿੱਲ ਨੇ ਕਈ ਲੋਟੂ ਜੰਗਲੀ ਕਬੀਲਿਆਂ ਤੇ ਗਰੋਹਾਂ ਵਿੱਚ ਲਾਲਚ ਨੂੰ ਉਭਾਰ ਦਿੱਤਾ। 12 ਨੱਕੇ, ਲਹਿੰਦੀ ਤੇ ਲੱਖੀ ਜੰਗਲ ਵਾਲੇ ਪਾਸੇ ਅਮਨ ਅਮਾਨ ਖਤਮ ਹੋ ਗਿਆ। ਥਾਂ ਥਾਂ ਉੱਤੇ ਧਾੜੇ, ਲੁੱਟਾਂ, ਖੋਹਾਂ ਤੇ ਡਾਕੇ ਵੱਜਣੇ ਸ਼ੁਰੂ ਹੋ ਗਏ। ਪਰ ਲੋੜਾ ਇਹ ਹੋਇਆ ਕਿ ਇਹ ਸਾਰੀ ਬਦਅਮਨੀ ਸਿੱਖਾਂ ਦੇ ਸਿਰ ਮੜੀ ਗਈ। ਜਦ ਇਸ ਮੰਦੀ ਹਾਲਤ ਦੀਆਂ ਖਬਰਾਂ ਦਿੱਲੀ ਅੱਪੜੀਆਂ ਤਾਂ ਦਲੇਰ ਜੰਗ ਨੂੰ ਲਾਹੌਰੋਂ ਮੁਲਤਾਨ ਸੂਬੇ ਵਿੱਚ ਬਦਲ ਦਿੱਤਾ ਤੇ ਉਸਦੇ ਪੁੱਤਰ ਜ਼ਕਰੀਆ ਖਾਨ ਨੂੰ ਕਸ਼ਮੀਰੋਂ ਲਾਹੌਰ ਲੈ ਆਂਦਾ। ਇਹ ਨਿਜ਼ਾਮਤ ਉਸਨੇ ਮੂੰਹੋਂ ਮੰਗ ਕੇ ਲਈ ਸੀ, ਕਿਉਂਕਿ ਉਹ ਸਮਝਦਾ ਸੀ ਕਿ ਬੰਦਾ ਸਿੰਘ ਵਿਰੁੱਧ ਪ੍ਰਾਪਤ ਹੋਈ ਸਫਲਤਾ ਵਿੱਚ ਉਹ ਵੱਡਾ ਹਿੱਸੇਦਾਰ ਸੀ। ਉਹ ਦਿੱਲੀ ਸਰਕਾਰ ਦਾ ਭਰੋਸਾ ਜਿੱਤ ਚੁੱਕਿਆ ਸੀ। ਉਸਨੂੰ ਆਪਣੀ ਤਾਕਤ, ਤਜਰਬੇ ਤੇ ਸੰਗ ਦਿਲੀ ਉੱਤੇ ਨਿਸ਼ਚਾ ਸੀ ਕਿ ਉਹ ਸਿੱਖਾਂ ਵਿਰੁੱਧ ਸਾਰਿਆਂ ਨਾਲੋਂ ਜ਼ਿਆਦਾ ਸਖਤੀ ਕਰ ਸਕਦਾ ਹੈ। ਜ਼ਕਰੀਆ ਖਾਨ ਵੱਲੋਂ ਮੁੜ ਸਖਤੀ ਦਾ ਆਰੰਭ। ਜ਼ਕਰੀਆ ਖਾਨ, ਜਿਸ ਨੂੰ ਇਤਿਹਾਸਕਾਰ ਖਾਨ ਬਹਾਦਰ ਵੀ ਕਹਿੰਦੇ ਹਨ, ਨੇ ਆਉਂਦਿਆਂ ਹੀ ਸਿੱਖਾਂ ਦੇ ਖਾਤਮੇ ਲਈ ਬੰਨ ਨੂੰ ਬੰਨਣੇ ਆਰੰਭ ਦਿੱਤੇ। ਉਸਦੇ ਬਾਪ ਨੇ ਇਸ ਕੰਮ ਲਈ ਗਸ਼ਤੀ ਫੌਜ ਬਣਾਈ ਸੀ, ਜੋ ਖਬਰ ਮਿਲਣ ਤੇ ਦੂਰ ਦੂਰ ਤੱਕ ਸਿੱਖਾਂ ਵਿਰੁੱਧ ਜਾ ਅੱਪੜਦੀ ਤੇ ਉਹਨਾਂ ਨੂੰ ਜ਼ਿੰਦਾ ਫੜ ਲੈਣ ਜਾਂ ਮਾਰ ਮੁਕਾਉਣ ਦੇ ਯਤਨ ਕਰਦੀ। ਖਾਨ ਬਹਾਦਰ ਨੇ ਇਸ ਗਸ਼ਤੀ ਫੌਜ ਨੂੰ ਨਵੇਂ ਸਿਰਿਓਂ ਤਰਤੀਬ ਦਿੱਤੀ ਤੇ ਉਸਦੀ ਗਿਣਤੀ ਵੀ ਬਹੁਤ ਵਧਾ ਲਈ। ਇਹ ਸਿੰਘਾਂ ਵਿਰੁੱਧ ਪਿੰਡਾਂ ਵਿੱਚ ਹਰਲ ਹਰਲ ਕਰਦੀ ਫਿਰਦੀ। ਇਸਨੇ ਸਿੰਘਾਂ ਵਿਰੁੱਧ ਕੋਈ ਪੁਣ ਛਾਣ ਥੋੜੋ ਕਰਨੀ ਸੀ। ਅੰਮ੍ਰਿਤਧਾਰੀ ਹੋਣਾ ਹੀ ਉਹਨਾਂ ਦਾ ਸਭ ਤੋਂ ਵੱਡਾ ਕਸੂਰ ਸੀ। ਸਿੱਖੀ ਸਰੂਪ ਵਾਲੇ ਨੂੰ ਸਰਕਾਰ ਦਾ ਵਿਦਰੋਹੀ ਜਾਣ ਕੇ ਖਤਮ ਕਰਨਾ ਇਸ ਫੌਜ ਦਾ ਪਹਿਲਾ ਨਿਸ਼ਾਨਾ ਸੀ। ਇਸ ਸਰੂਪ ਵਿੱਚ ਜੋ ਵੀ ਦੱਸਿਆ ਬਸ ਅੱਗੇ ਧਰ ਲਿਆ ਗਿਆ ਤੇ ਲਾਹੌਰ ਲੈ ਜਾ ਕੇ ਕਤਲਾਇਆ ਗਿਆ। ਗਸ਼ਤੀ ਫੌਜ ਦੇ ਕਾਲਮਾਂ ਦੇ ਕੰਮ ਨੂੰ ਸੁਖਾਵਾਂ ਤੇ ਅਸਰਦਾਇਕ ਬਣਾਉਣ ਲਈ ਪਿੰਡ ਪਿੰਡ ਮੁਖਬਰਾਂ ਦਾ ਜਾਲ ਵਿਛਾ ਦਿੱਤਾ ਗਿਆ।
ਚੌਧਰੀਆਂ ਤੇ ਪਿੰਡਾਂ ਦਿਆਂ ਨੰਬਰਦਾਰਾਂ ਪਾਸੋਂ ਲਿਖਵਾ ਲਿਆ ਗਿਆ ਕਿ ਉਹਨਾਂ ਦੀਆਂ ਚੌਧਰਾਇਤਾਂ ਤੇ ਨੰਬਰਦਾਰੀਆਂ ਵਿੱਚ ਕੋਈ ਸਿੰਘ ਨਜ਼ਰ ਨਾ ਆਵੇ। ਇਸ ਵਿਉਂਤ ਦੀ ਸਫਲਤਾ ਲਈ ਜਿਸ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਨਮਕ ਹਲਾਲੀ ਵਿਖਾਈ, ਸਰਕਾਰ ਵੱਲੋਂ ਉਹਨਾਂ ਦਾ ਮਾਨ ਸਤਿਕਾਰ ਵਧਾਇਆ ਜਾਵੇਗਾ ਤੇ ਕਈ ਰਿਆਇਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹਨਾਂ ਸਰਕਾਰੀ ਖੈਰ ਖਵਾਹਾਂ ਨੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਧ ਵਫਾਦਾਰ ਸਾਬਤ ਕਰਨ ਲਈ ਅਮਨ ਚੈਨ ਨਾਲ ਵਸਦੇ ਸਾਧਾਰਨ ਸਿੱਖਾਂ ਨੂੰ, ਜੋ ਕਿਰਸਾਨੀ ਜਾਂ ਕੋਈ ਹੋਰ ਨਿੱਕਾ ਮੋਟਾ ਕਿੱਤਾ ਕਰਦੇ ਸਨ, ਨੂੰ ਵੀ ਕਿਸੇ ਨਾ ਕਿਸੇ ਵਲਾਵੇ ਵਿੱਚ ਲਿਆ ਕੇ ਫੜਵਾ ਦੇਣਾ। ਇਸ ਤਰ੍ਹਾਂ ਦੇ ਬੇਦੋਸ਼ੇ ਤੇ ਮਾਸੂਮ ਸਿੱਖਾਂ ਨੂੰ ਲਾਹੌਰ ਲੈ ਜਾ ਕੇ ਇੱਕ ਹੀ ਸਵਾਲ ਪੁੱਛਿਆ ਜਾਂਦਾ ਕਿ ਜੇ ਤੁਸੀਂ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਸਿੱਖੀ ਤਿਆਗ ਕੇ ਮੁਸਲਮਾਨ ਹੋਣ ਲਈ ਤਿਆਰ ਹੋ। ਆਫਰੀਨ ਹੈ ਇਹਨਾਂ ਸਿੱਧੇ ਸਾਦੇ ਤੇ ਨਿਰਦੋਸ਼ ਧਰਮੀਆਂ ਦੇ ਜਿਨ੍ਹਾਂ ਕੁਝ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਨਾ ਹਾਰਿਆ। ਇਹੋ ਜਿਹੇ ਅਣਗਿਣਤ ਨਿਰਦੋਸ਼ਾਂ ਦੇ ਸਿਰ ਨਖਾਸ ਮੰਡੀ ਵਿੱਚ ਲੈਂਦੇ ਰਹੇ। ਨਿਰਦੋਸ਼ ਸਿੱਖ ਅਨੇਕ ਪ੍ਰਕਾਰ ਦੇ ਤਸੀਹੇ ਖਿੜੇ ਮੱਥੇ ਝੱਲਦੇ ਰਹੇ, ਪਰ ਕਿਸੇ ਲਾਲਚ ਜਾਂ ਡਰ ਦਾ ਸ਼ਿਕਾਰ ਹੋ ਕੇ ਸਿੱਖੀ ਨੂੰ ਦਾਗ ਨਾ ਲਾਇਆ। ਸਿੱਖੀ ਦੇ ਦੋਖੀ ਸਰਕਾਰੀ ਮੁਖਬਰਾਂ ਤੇ ਸੂਹੀਆਂ ਦਾ ਜਾਲ। ਜ਼ਕਰੀਆ ਖਾਨ ਨੇ ਆਪਣੀ ਨੀਤੀ ਸਫਲ ਕਰਨ ਲਈ ਆਪਣੇ ਮੁਖਬਰਾਂ ਦਾ ਬੜਾ ਵੱਡਾ ਤੇ ਸੰਘਣਾ ਜਾਲ ਆਪਣੀ ਨਿਜ਼ਾਮਤ ਵਿੱਚ ਤਣਿਆ ਹੋਇਆ ਸੀ। ਸਿੱਖਾਂ ਦੇ ਖਾਤਮੇ ਲਈ ਜਿਨ੍ਹਾਂ ਸਭ ਤੋਂ ਵੱਧ ਜ਼ੋਰ ਲਾਇਆ, ਉਹਨਾਂ ਵਿੱਚੋਂ ਸਭ ਤੋਂ ਉੱਘੇ ਇਹ ਹਨ। ਚੌਧਰੀ ਰਾਮ ਰੰਧਾਵਾ ਘਣੀਏਵਾਲਾ, ਕਰਮਾ ਛੀਨੇ ਪਿੰਡ ਦਾ, ਮਾਨਾ ਨੌਸ਼ਹਿਰਾ ਪੰਨੂਆਂ ਦਾ, ਸਾਹਿਬ ਰਾਏ ਸੰਧੂ ਨੌਸ਼ਹਿਰਾ ਢਾਲਾ, ਧਰਮਦਾਸ ਤੋਪੀ ਜੋਧਾ ਨਗਰੀਆ, ਦਿਲਬਾਗ ਰਾਏ ਸਰਾਓ, ਹੈਬਤ ਮੱਲ ਧਨੇਸ਼ਟੇ ਵਾਲਾ, ਲਾਲੂ ਵਿਰਕ ਭਿੱਖੀ ਦਾ, ਮੌਲਕ ਰਾਏ ਸੰਧੂ ਬੁੰਦਾਲੀਆ, ਚੌਧਰੀ ਦਿਆਲਾ ਵੜਾਏ ਚ ਗੁਜਰਾਂ ਵਾਲੇ ਦਾ, ਸਿਆਮ ਸ਼ਾਹ ਖੱਤਰੀ ਘਰ ਜਾਖ ਦਾ, ਗੁਰੀਆ ਮੱਟੂ ਪਿੰਡ ਦਾ, ਦਿਆਨਤ ਰਾਏ ਸੋਧਰੇ ਦਾ, ਉਗਰ ਸੈਨ ਖੱਤਰੀ ਐਮਨਾਬਾਦੀਆ, ਗੁਲਾਬ ਰਾਏ ਬੈਂਸ ਮਾਹਲਪੁਰੀਆ, ਮੱਦੋ ਚੌਧਰੀ ਮਜੀਠੇ ਦਾ, ਜੋਧ ਖੋਖਰ ਵਾਲਾ, ਮੁਲੈਮੀ ਗਿੱਲ ਨੌਸ਼ਹਿਰੇ ਦਾ, ਨੱਥਾ ਉੱਪਲ ਐਮਏ ਵਾਲਾ, ਹਸਨਾ ਸੰਧੂ ਸਰਾਂ ਵਾਲਾ, ਕਜਲਾ ਰੰਧਾਵਾ ਬਟਾਲੇ ਦਾ, ਭਾਗੂ ਕਾਲੋ ਗੋਤ ਦਾ ਪਿੰਡ ਭਾਗੂ ਵਾਲੀਆ, ਅਕਾਲ ਬੱਗਾ ਰਾਏ ਥਾਨਾਬਾਦ, ਰਾਏ ਹਰਚੰਦ ਚਸ਼ਮੇ ਦਾ, ਰਾਏ ਖੁਸ਼ਹਾਲੀ ਸੰਧੂ ਕਾਨੇ ਦਾ, ਭੀਮਾ ਢਿੱਲੋਂ ਕਸੂਰ ਦਾ, ਦਿਆਲਾ ਕਾਲੋਂ ਸੈਦ ਵਾਲੇ ਦਾ, ਨਿਬਾਹੂ ਸੰਧੂ ਭੂਰੇ ਪਿੰਡੋਂ, ਮਿਲਖਾ ਸੰਧੂ ਕਾਛੇ ਦਾ, ਹਯਾਤ ਖਾਂ ਠੱਠੇ ਪਿੰਡ ਦਾ, ਪੀਰ ਮੁਹੰਮਦ ਚੱਠਾ, ਹਰ ਭਗਤ ਨਿਰੰਜਨੀਆ ਜੰਡਿਆਲੇ ਦਾ, ਕਾਦਰ ਬਖਸ਼ ਨਿਢਾਲ, ਸਾਹਿਬ ਖਾਂ ਟਿਵਾਣਾ, ਇਸਮਾਇਲ ਖਾਂ ਮੰਡਿਆਲ ਸਿਆਲਕੋਟ ਦਾ, ਫਤਿਹ ਖਾਂ ਘੇਬ ਕੋਟ ਘੇਬਾ ਦਾ, ਔਲੀਆ ਘੇਬ ਪਿੰਡੀ ਘੇਬਾ ਤੋਂ ਆਦਿ। ਇਹਨਾਂ ਵਿੱਚ ਹਰ ਭਗਤ ਨਿਰੰਜਨੀਆ ਸਭ ਤੋਂ ਵੱਡਾ ਦੁਸ਼ਟ ਸੀ ਤੇ ਰਾਮੇ ਰੰਧਾਵੇ ਦਾ ਚੰਡਾਲਪੁਣਾ ਇਹਨਾਂ 17 ਤੋਂ ਭਲੀ ਭਾਂਤ ਅਨੁਭਵ ਹੋ ਸਕਦਾ ਹੈ। ਰਾਮੇ ਰੰਧਾਵੇ ਕੇ ਦੇਸ ਨਾ ਜਾਇਓ, ਮਾਝੇ ਮੇਂ ਹੀ ਡੇਲਾ ਬਾਟਾ ਖਾਇਓ। ਰਾਮੇ ਰੰਧਾਵੇ ਨੇ ਖਾਨ ਬਹਾਦਰ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਸਿੰਘਾਂ ਦੇ ਛੋਟੇ ਛੋਟੇ ਬੱਚੇ ਵੀ ਸੂਹਾਂ ਦੇ ਕੇ ਫੜਵਾ ਕੇ ਮਰਵਾ ਦਿੱਤੇ। ਜ਼ੁਲਮ ਦਾ ਕੋਈ ਔੜਕ ਨਾ ਰਿਹਾ। ਜ਼ਕਰੀਆ ਖਾਨ ਨਾਜ਼ਿਮ ਲਾਹੌਰ ਸਰਕਾਰ, ਗਸ਼ਤੀ ਫੌਜਾਂ, ਮੁਖਬਰਾਂ ਦੇ ਜਾਲ, ਜਨੂਨੀ ਗਾਜ਼ੀਆਂ ਦੀਆਂ ਧਾੜਾਂ ਅਤੇ ਉੱਤੋਂ ਦਿੱਲੀ ਸਰਕਾਰ ਦੀ ਫੌਜੀ ਸਹਾਇਤਾ ਨਾਲ ਵੀ ਸਿੰਘਾਂ ਨੂੰ ਨਵਾ ਨਾ ਸਕਿਆ ਤਾਂ ਅੰਤ ਲਿਫ ਕੇ ਸਿੰਘਾਂ ਨਾਲ ਸੁਲ੍ਹਾ ਕਰ ਲਈ। ਸਿੰਘਾਂ ਨੂੰ ਨਵਾਬੀ ਭੇਟ ਕਰਕੇ ਜਗੀਰਾਂ ਦਿੱਤੀਆਂ। ਇਸ ਨੀਤੀ ਦਾ ਮਨੋਰਥ ਸਿੰਘਾਂ ਵਿੱਚ ਫੁੱਟ ਦੇ ਬੀਜ ਬੀਜ ਕੇ ਉਹਨਾਂ ਨੂੰ ਆਪੋ ਵਿੱਚ ਲੜਾ ਕੇ ਕਮਜ਼ੋਰ ਕਰਨ ਪਿੱਛੋਂ ਆਪ ਕਰਾਰੀ ਸੱਟ ਮਾਰ ਉਹਨਾਂ ਨੂੰ ਤਬਾਹ ਕਰਨ ਤੋਂ ਸੀ। ਉਸ ਵੇਲੇ ਸਿੰਘ ਬੜੇ ਸਿੱਦਕੀ ਤੇ ਇੱਕ ਦੂਜੇ ਨੂੰ ਵੇਖ ਕੇ ਜਿਉਣ ਵਾਲੇ ਤੇ ਇੱਕ ਦੂਜੇ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਸਨ। ਸੋ ਉਹ ਜ਼ਕਰੀਆ ਖਾਨ ਦੇ ਫਰੇਬ ਦੇ ਕੁਟਲ ਜਾਲ ਵਿੱਚ ਨਾ ਆਏ।
ਖਾਨ ਬਹਾਦਰ ਆਪ ਹੀ ਸੁਲਾਹ ਦਾ ਅਹਿਦ ਤੋੜ ਹਿਚਕੇ ਸਿੰਘਾਂ ਦੇ ਗਲ ਪੈ ਗਿਆ ਤੇ ਜ਼ੁਲਮ ਦੇ ਭਾਂਬੜ ਅੱਗੇ ਨਾਲੋਂ ਵੀ ਵੱਧ ਮਚਾ ਦਿੱਤੇ। ਸਿੰਘਾਂ ਨੇ ਘਰ ਘਾਟ ਛੱਡ ਕੇ ਫਿਰ ਜੰਗਲਾਂ ਤੇ ਝਲਾ ਵਿੱਚ ਟਿਕਾਣੇ ਜਾ ਮੱਲੇ, ਕੁਝ ਪਹਾੜਾਂ ਵਿੱਚ ਜਾ ਵੜੇ ਤੇ ਕਈ ਰਾਜਸਥਾਨ ਦੇ ਮਾਰੂਥਲਾਂ ਵਿੱਚ ਜਾ ਨਿਕਲੇ। ਉਹ ਸਖਤ ਤੋਂ ਸਖਤ ਔਕੜਾਂ ਤੇ ਕਸ਼ਟ ਝੱਲਦੇ ਹੋਏ ਦਿਨ ਕਟੀ ਕਰਦੇ ਰਹੇ, ਪਰ ਜ਼ਕਰੀਆ ਖਾਨ ਦੀ ਈਨ ਨਹੀਂ ਮੰਨੀ। ਦਰਬਾਰ ਸਾਹਿਬ ਦੇ ਦੁਆਲੇ ਪਹਿਰੇ ਬਿਠਾ ਦਿੱਤੇ ਗਏ ਤੇ ਸਿੰਘਾਂ ਲਈ ਗੁਰੂ ਘਰ ਦੇ ਦਰਸ਼ਨ ਦੀਦਾਰ ਵੀ ਬੰਦ ਹੋ ਗਏ। ਜ਼ਕਰੀਆ ਖਾਨ ਦੀ ਦਿਲੀ ਸੱਦਰ ਪੂਰੀ ਨਾ ਹੋਈ। ਸਿੰਘ ਤਲੀਆਂ ਤੇ ਸਿਰ ਧਰ ਕੇ ਪਹਿਰੂਆਂ ਵਿੱਚ ਦੀ ਲੰਘ ਕੇ ਦਰਸ਼ਨ ਇਸ਼ਨਾਨ ਕਰ ਆਉਂਦੇ। ਸੁੱਖਾ ਸਿੰਘ ਮਾੜੀ ਤਾਂ ਕਈ ਵਾਰ ਵੰਗਾਰ ਕੇ ਵਰਦੀਆਂ ਗੋਲੀਆਂ ਵਿੱਚ ਇਸ਼ਨਾਨ ਕਰ ਗਿਆ ਸੀ। ਸਿਰਫ ਇਸ਼ਨਾਨ ਹੀ ਨਹੀਂ, ਫੌਜੀ ਪਹਿਰੇਦਾਰਾਂ ਲਈ ਵੀ ਬਹਿਸ਼ਤਾਂ ਦੇ ਦਰਵਾਜ਼ੇ ਖੋਲ ਜਾਂਦਾ ਰਿਹਾ। ਮੌਤ ਦਾ ਭੈ ਇਸ ਪ੍ਰੇਮ ਖੇਡ ਨੂੰ ਰੋਕ ਨਾ ਸਕਿਆ। ਸਿੰਘ ਵੰਗਾਰ ਕੇ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵੀ ਕਰਦੇ ਰਹੇ ਅਤੇ ਆਪਣੇ ਇਸ਼ਟ ਦੀ ਸ਼ਮਾ ਤੇ ਪਰਵਾਨਿਆਂ ਵਾਂਗ ਜਾਨਾਂ ਕੁਰਬਾਨ ਕਰਦੇ ਰਹੇ। ਨਾ ਤਾਂ ਖਾਨ ਬਹਾਦਰ ਨੇ ਹੀ ਨਰਮੀ ਫੜੀ ਤੇ ਨਾ ਸਿੰਘ ਹੀ ਕੁਰਬਾਨੀਆਂ ਤੋਂ ਪਿੱਛੇ ਹਟੇ। 1739 ਈਸਵੀ ਵਿੱਚ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਕਾਬਲ ਨੂੰ ਜਿੱਤਦਾ ਹੋਇਆ ਹਿੰਦੁਸਤਾਨ ਉੱਤੇ ਚੜ ਆਇਆ। ਦਿੱਲੀ ਵਿੱਚ ਕਤਲਾਮ ਕਰਕੇ ਤੇ ਇਸ ਨੂੰ ਲੁੱਟ-ਪੁੱਟ ਕੇ ਵਾਪਸ ਆਉਂਦਾ ਸਿੰਘਾਂ ਹੱਥੋਂ ਲੁੱਟਿਆ ਗਿਆ। ਜਦ ਉਸ ਨੂੰ ਸਿੰਘਾਂ ਬਾਰੇ ਖਾਨ ਬਹਾਦਰ ਪਾਸੋਂ ਵਾਕਫੀ ਮਿਲੀ ਤੇ ਪਤਾ ਲੱਗਾ ਕਿ ਕਿਹੋ ਜਿਹੀ ਕੌਮ ਨਾਲ ਉਸ ਦਾ ਵਾਹ ਪਿਆ ਹੈ, ਉਸਨੇ ਜ਼ਕਰੀਆ ਖਾਨ ਨੂੰ ਨਸੀਹਤ ਕੀਤੀ ਸੀ ਕਿ ਇਹ ਤੇਰੇ ਮੇਰੇ ਮਾਰਨ ਦੇ ਨਹੀਂ, ਇਹਨਾਂ ਤੋਂ ਬਚਣਾ ਹੀ ਚੰਗਾ ਹੈ। ਇਹ ਛੇਤੀ ਹੀ ਉੱਠਣਗੇ, ਇਹਨਾਂ ਨੂੰ ਕੋਈ ਦਬਾ ਨਹੀਂ ਸਕੇਗਾ। ਆਪਣੇ ਸ਼ਾਸਨ ਨੂੰ ਪੱਕਿਆ ਕਰ ਤੇ ਇਹਨਾਂ ਤੋਂ ਚਿੰਤਾ ਤੁਰ ਰਹਿ। ਸੜੇ ਬਲੇ ਤੇ ਖਿਜੇ ਹੋਏ ਖਾਨ ਬਹਾਦਰ ਨੇ ਆਖਰੀ ਦਾਅ ਖੇਡਣ ਲਈ ਦਿੱਲੀ ਸਰਕਾਰ ਤੋਂ ਫੌਜੀ ਸਹਾਇਤਾ ਤੇ ਨਾਦਰ ਸ਼ਾਹ ਪਾਸੋਂ ਮਿੰਨਤ ਸਮਾਜਤ ਨਾਲ 21 ਲੱਖ ਰੁਪਏ ਖਰਾਜ ਦੀ ਰਕਮ ਵਿੱਚੋਂ ਕੁਝ ਛੂਟ ਦੀ ਰਿਆਇਤ ਹਾਸਲ ਕਰਕੇ ਆਪਣੀ ਤਾਕਤ ਨੂੰ ਇਕੱਤਰ ਕਰਨ ਪਿੱਛੋਂ ਸਿੱਖਾਂ ਦੀ ਤਬਾਹੀ ਲਈ ਇੱਕ ਭਰਪੂਰ ਵਾਰ ਕੀਤਾ। ਦਰਬਾਰ ਸਾਹਿਬ ਦੇ ਦੁਆਲੇ ਪਹਿਲਾਂ ਨਾਲੋਂ ਵੀ ਸਖਤ ਪਹਿਰੇ ਬਿਠਾਏ ਗਏ ਅਤੇ ਸਿੰਘਾਂ ਨੂੰ ਪੰਜਾਬ ਛੱਡ ਜਾਣ ਲਈ ਮਜਬੂਰ ਕਰ ਦਿੱਤਾ। ਇਹ 1740 ਈਸਵੀ ਦਾ ਦੌਰ ਸੀ ਜਦ ਮੱਸੇ ਰੰਗੜ ਨੇ ਅੱਤ ਚੁੱਕ ਲਈ ਤੇ ਸਿੰਘਾਂ ਉਸ ਦਾ ਦਰਬਾਰ ਸਾਹਿਬ ਅੰਦਰ ਹੀ ਕਤਲ ਕੀਤਾ। ਮੱਸੇ ਦਾ ਕਤਲ ਲਾਹੌਰ ਅਤੇ ਦਿੱਲੀ ਦੀ ਸਰਕਾਰ ਦੇ ਮੂੰਹ ਤੇ ਬੜਾ ਵੱਡਾ ਥੱਪੜ ਸੀ। ਖਾਨ ਬਹਾਦਰ ਤਾਂ ਕਰੋਧ ਵਿੱਚ ਮੱਚ ਕੇ ਕੌੜਾ ਹੋ ਗਿਆ ਤੇ ਸਿੱਖਾਂ ਦੇ ਬੀਜ ਨਾਸ ਦੀ ਕਸਮ ਖਾ ਲਈ। ਜ਼ੁਲਮ ਦੀ ਭੱਠੀ ਤਪਾਉਣ ਵਾਲੀ ਅਖੀਰ ਕਰ ਦਿੱਤੀ। ਚੌਧਰੀਆਂ, ਮੁਖਬਰਾਂ ਤੇ ਹੋਰ ਸਰਕਾਰੀ ਟੁੱਕੜ ਬੋਚਾਂ ਨੂੰ ਲਾਹੌਰ ਸੱਦ ਕੇ ਬੁਰੀ ਤਰ੍ਹਾਂ ਜ਼ਲੀਲ ਕੀਤਾ। ਇਹਨਾਂ ਦੇ ਅੜਿੱਕੇ ਰਾਠ ਸਿੰਘ ਤਾਂ ਆਉਂਦੇ ਨਹੀਂ ਸਨ ਤੇ ਨਾ ਹੀ ਇਹ ਡਰਦੇ ਉਹਨਾਂ ਵੱਲ ਮੂੰਹ ਹੀ ਕਰਦੇ ਸਨ। ਆਪਣੀਆਂ ਜਾਨਾਂ, ਜਾਗੀਰਾਂ ਤੇ ਚੌਧ ਰਾਇਤਾਂ ਬਚਾਉਣ ਲਈ ਇਹਨਾਂ ਦੁਸ਼ਟਾਂ ਨੇ ਘਰ-ਬਾਰੀ ਮਾਸੂਮ ਸਿੱਖਾਂ ਨੂੰ ਫੜਾ ਮਰਵਾਉਣਾ ਨਿੱਤ ਦਾ ਕਰਮ ਬਣਾ ਲਿਆ। ਚੱਕੀ ਵਿੱਚ ਦਾਣਿਆਂ ਦਾ ਗਾਲਾ ਪੈਂਦਾ ਹੈ ਤੇ ਪੁੜ ਉਹਨਾਂ ਨੂੰ ਪੀ ਕੇ ਰੱਖ ਦਿੰਦੇ ਹਨ। ਇੰਜ ਹੀ ਇਹ ਮੁਖਬਰ ਮਾਸੂਮਾਂ ਦੇ ਭਰ ਗਾਲੇ ਪਾਈ ਗਏ ਤੇ ਖਾਨ ਬਹਾਦਰ ਦੀ ਜ਼ੁਲਮ ਚੱਕੀ ਉਹਨਾਂ ਨੂੰ ਪੀਸਦੀ ਰਹੀ। ਇਹ ਸਿਲਸਿਲਾ 1745 ਈਸਵੀ ਵਿੱਚ ਖਾਨ ਬਹਾਦਰ ਦੀ ਮੌਤ ਤੱਕ ਲਗਾਤਾਰ ਇੱਕ ਟੱਕ ਜਾਰੀ ਰਿਹਾ। ਇਹੋ ਹੀ ਭਾਵ ਖਾਨ ਬਹਾਦਰ ਦੇ ਅੰਤਲੇ ਦਿਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਸਮਾਂ ਹੈ। ਤੀਜਾ, ਭਾਈ ਤਾਰੂ ਸਿੰਘ ਜੀ ਦਾ ਉਪਕਾਰੀ ਜੀਵਨ। ਇੱਕ ਸੜਕ ਅੰਮ੍ਰਿਤਸਰ ਤੋਂ ਝਬਾਲ ਭਿੱਖੀਵਿੰਡ ਵਿੱਚ ਦੀ ਹੋ ਕੇ ਖੇਮਕਰਨ ਹੁਣ ਹਿੰਦੁਸਤਾਨ ਦੇ ਐਨ ਪੱਛਮੀ ਬਾਰਡਰ ਉੱਤੇ ਜਾਂਦੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਸੜਕ ਕਸੂਰ ਨੂੰ ਅੰਮ੍ਰਿਤਸਰ ਨਾਲ ਮੇਲਦੀ ਸੀ। ਲਾਹੌਰੋਂ ਇੱਕ ਸੜਕ ਚੱਲ ਕੇ ਖਾਲੜਾ ਭਿੱਖੀਵਿੰਡ ਵਿੱਚ ਦੀ ਹੁੰਦੀ ਹੋਈ ਹਰੀਕੇ ਪੱਤਣ ਪਹੁੰਚਦੀ ਸੀ। ਇਹ ਦੋਵੇਂ ਸੜਕਾਂ ਭਿੱਖੀਵਿੰਡ ਪਿੰਡ ਦੇ ਪੱਛਮ ਦੱਖਣੀ ਕੋਨੇ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਹਨ। ਇਸ ਚੌਰਸਤੇ ਦੇ ਐਨ ਪਹਾੜ ਵਿੱਚ 1.5 ਕਿਲੋਮੀਟਰ ਦੀ ਵਿੱਥ ਤੇ ਆਪੋ ਵਿੱਚ ਚੜ੍ਹਦੇ ਲਹਿੰਦੇ ਰੁੱਖ ਤੇ ਦੋ ਛੋਟੇ-ਛੋਟੇ ਪਰ ਇਤਿਹਾਸਕ ਪੱਖੋਂ ਮਹੱਤਤਾ ਵਾਲੇ ਪਿੰਡ ਹਨ, ਪੂਲਾ ਅਤੇ ਸਿੰਘਪੁਰਾ। ਇਹਨਾਂ ਦਾ ਆਪੋ ਵਿੱਚ ਪੂਰਬ ਪੱਛਮ ਰੁੱਖ ਫਾਸਲਾ 73 ਉਡਾਰੀ ਹੈ ਤੇ ਪੂਲਾ ਪੱਛਮ ਵਿੱਚ ਹੈ। ਪੂਲਾ ਭਾਈ ਤਾਰੂ ਸਿੰਘ ਦਾ ਪਿੰਡ ਹੈ ਤੇ ਇਹਨਾਂ ਜੱਟਾਂ ਦਾ ਗੋਤਰ ਸੰਧੂ ਹੈ। ਸਿੰਘਪੁਰਾ ਸਿੰਘਪੁਰੀਆਂ ਮਿਸਲ ਦੇ ਮੋਢੀ ਨਵਾਬ ਕਪੂਰ ਸਿੰਘ ਦਾ ਪਿੰਡ ਹੈ ਤੇ ਇੱਥੋਂ ਦੇ ਜੱਟ ਵਿਰਕ ਹਨ।
ਭਾਈ ਤਾਰੂ ਸਿੰਘ ਦੀ ਛੋਟੀ ਜਿਹੀ ਜ਼ਿਮੀਂਦਾਰੀ ਸੀ। ਇਹ ਬਚਪਨ ਵਿੱਚ ਹੀ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਏ ਸਨ। ਇਹਨਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ। ਭਜਨ ਬੰਦਗੀ, ਖੇਤਾਂ ਵਿੱਚ ਦਸਾਂ ਨੌਹਾਂ ਦੀ ਕਿਰਤ ਕਰਨੀ, ਆਪਣੀ ਆਮਦਨੀ ਨੂੰ ਲੋੜਵੰਦਾਂ ਨਾਲ ਵੰਡ ਛਕਣਾ ਭਾਈ ਤਾਰੂ ਸਿੰਘ ਜੀ ਦੀ ਜ਼ਿੰਦਗੀ ਦਾ ਹੁਲਾਰਾ ਸੀ। ਉਹ ਪੂਰਨ ਗੁਰਸਿੱਖ ਸਨ ਤੇ ਹਰ ਇੱਕ ਦੇ ਸਹਾਈ ਸਨ। ਲਾਹੌਰੋਂ ਪੱਟੀ ਨੂੰ ਜਾਣ ਵਾਲੀ ਸੜਕ ਇਹਨਾਂ ਦੇ ਪਿੰਡ ਪੂਲਾ ਦੇ ਦੱਖਣ ਵੱਲ ਦੀ ਲੰਘਦੀ ਸੀ। ਰਾਤ ਬਰਾਤੇ ਰਾਹੀ ਪਾਂਦੀ ਇਹਨਾਂ ਦੇ ਘਰ ਹੀ ਆਣ ਟਿਕਦੇ, ਜਿੱਥੇ ਬਿਨਾਂ ਭੇਦ ਭਾਵ ਜਾਂ ਵਿਤਕਰੇ ਦੇ ਲੰਗਰ ਪਾਣੀ ਤੇ ਮੰਜਾ ਬਿਸਤਰਾ ਮਿਲਦਾ। ਰਾਹੀ ਸੁੱਖ ਦਾ ਸਮਾਂ ਕੱਟ ਕੇ ਭਾਈ ਤਾਰੂ ਸਿੰਘ ਦਾ ਜਸ ਗਾਉਂਦੇ ਆਪਣੇ ਰਾਹੇ ਪੈਂਦੇ। ਇਸ ਸੇਵਾ ਭਾਵ ਨੇ ਭਾਈ ਜੀ ਦੀ ਸੋਭਾ ਬਹੁਤ ਦੂਰ ਦੂਰ ਤੱਕ ਪਹੁੰਚਾ ਦਿੱਤੀ ਹੋਈ ਸੀ। ਇਹਨਾਂ ਦਾ ਘਰ ਘਰ ਅੰਦਰ ਧਰਮਸਾਲ ਦਾ ਸਾਕਾਰ ਨਮੂਨਾ ਬਣਿਆ ਹੋਇਆ ਸੀ। ਹਰ ਲੋੜਵੰਦ ਮੁਸਾਫਰ ਵਾਸਤੇ ਹਰ ਸਮੇਂ ਖੁੱਲਾ। ਘਰ ਦੇ ਸਿਰਫ 3 ਹੀ ਜੀ ਸਨ, ਮਾਤਾ ਭਾਈ ਤਾਰੂ ਸਿੰਘ ਤੇ ਛੋਟੀ ਭੈਣ ਬੀਬੀ ਤਾਰੂ। ਬੀਬੀ ਦਾ ਪਤੀ ਗੁਜ਼ਰ ਚੁੱਕਿਆ ਸੀ ਤੇ ਆਪਣੇ ਪੇਕੇ ਘਰ ਇੱਥੇ ਭਾਈ ਜੀ ਪਾਸ ਹੀ ਰਹਿੰਦੀ ਸੀ। ਇਸ ਦਾ ਕੋਈ ਬੱਚਾ ਨਹੀਂ ਸੀ। ਦੋਵੇਂ ਮਾਵਾਂ ਧੀਆਂ ਹੋਰ ਕੰਮਕਾਜ ਤੋਂ ਵਿਹਲੀਆਂ ਹੋ ਕੇ ਆਉਣ ਜਾਣ ਵਾਲੇ ਰਾਹੀ ਪਾਂਧੀਆਂ ਵਾਸਤੇ ਲੰਗਰ ਤਿਆਰ ਕਰਨ ਲਈ ਚੱਕੀ ਤੇ ਆਟਾ ਪੀਸਣ ਲੱਗ ਜਾਂਦੀਆਂ। ਆਟਾ ਪੀਸਣਾ, ਆਏ ਗਏ ਲਈ ਲੰਗਰ ਸਜਾਉਣਾ, ਛਕਾਉਣਾ, ਬਰਤਨ ਮਾਂਜਣੇ ਤੇ ਟਹਿਲ ਕਮਾਉਣੀ ਇਹਨਾਂ ਲਈ ਬੰਦਗੀ ਸੀ। ਹਾੜੀ ਸੌਣੀ ਜੋ ਆਂਦੀ ਭਾਈ ਜੀ ਸੇਵਾ ਵਿੱਚ ਖਰਚ ਕਰ ਦਿੰਦੇ। ਉਹ ਕਿਹਾ ਕਰਦੇ ਸਨ ਕਿ ਇਹ ਸਭ ਕੁਝ ਵਾਹਿਗੁਰੂ ਦੀ ਦੇਣ ਤੇ ਕਿਰਪਾ ਹੈ ਅਤੇ ਇਹ ਸਾਧ ਸੰਗਤ ਵਾਸਤੇ ਹੈ। ਇਹ ਇਹਨਾਂ ਦੇ ਹੀ ਲੇਖੇ ਲੱਗਣਾ ਚਾਹੀਦਾ ਹੈ। ਸੇਵਾ ਤਾਂ ਸਾਨੂੰ ਲਾਹੇ ਵਿੱਚ ਮਿਲਦੀ ਹੈ। 4 ਚੁਫੇਰੇ ਦੇ ਲੋਕ ਭਾਈ ਜੀ ਨੂੰ ਬੜਾ ਵੱਡਾ ਭਜਨੀਕ ਤੇ ਪੂਰਨ ਗੁਰਸਿੱਖ ਸਮਝ ਕੇ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਸਨ। ਸਾਰੇ ਹੀ ਰਾਠ ਸਿੰਘ ਪਰ ਸਿੰਘਪੁਰੀਆ ਮਿਸਲ ਦੇ ਸੂਰਮੇ ਖਾਸ ਤੌਰ ਤੇ ਇਹਨਾਂ ਦਾ ਸਤਿਕਾਰ ਕਰਦੇ ਸਨ। ਉਨੀ ਦਿਨੀ ਸੰਚਾਰ ਦੇ ਸਾਧਨ ਅੱਜ ਵਰਗੇ ਨਹੀਂ ਸਨ। ਸੂਬਿਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਖਬਰਾਂ ਉਚੇਚੇ ਤੌਰ ਤੇ ਘੋੜਸਵਾਰ ਜਾਂ ਸਾਂਢਣੀ ਸਵਾਰ ਪ੍ਰਾਂਤੀਕ ਰਾਜਧਾਨੀਆਂ ਤੋਂ ਦਿੱਲੀ ਵੱਲ ਲੈ ਜਾਇਆ ਕਰਦੇ ਸਨ ਤੇ ਕਈ ਦਿਨ ਰਾਹ ਵਿੱਚ ਹੀ ਲੱਗ ਜਾਂਦੇ। ਕਿਸੇ ਭੇਜੀ ਮੁਹਿੰਮ ਦਾ ਕੀ ਸਿੱਟਾ ਨਿਕਲਿਆ, ਕਿਸੇ ਇਲਾਕੇ ਵਿੱਚ ਜੇ ਕੋਈ ਉਪੱਦਰ ਜਾਂ ਗੜਬੜ ਹੋ ਗਈ ਤਾਂ ਉਸ ਦੀ ਖਬਰ ਤੇ ਫਿਰ ਉਸ ਉੱਤੇ ਕਾਬੂ ਪਾ ਲਈ ਦੀ ਸੂਚਨਾ ਜਾਂ ਖਤਰਨਾਕ ਹਾਲਤ ਵਿੱਚ ਮੰਗੀ ਗਈ ਸੈਨਿਕ ਸਹਾਇਤਾ ਲਈ ਬੇਨਤੀ, ਸਿੰਘਾਂ ਹੱਥੋਂ ਲੁੱਟੇ ਗਏ ਕਾਫਲਿਆਂ ਜਾਂ ਸ਼ਾਹੀ ਖਜ਼ਾਨਿਆਂ ਦੀਆਂ ਰਾਹ ਵਿੱਚ ਲੁੱਟੇ ਜਾਣ ਦੀਆਂ ਖਬਰਾਂ ਬੜੀ ਦੇਰ ਨਾਲ ਨਾਜ਼ਮ ਜਾਂ ਬਾਦਸ਼ਾਹ ਨੂੰ ਪੁੱਜਦੀਆਂ। ਇਹ ਖਬਰਾਂ ਵੀ ਜਰਨੈਲੀ ਸੜਕਾਂ ਦੇ ਨਾਲ ਹੀ ਸਫ਼ਰ ਕਰਦੀਆਂ ਸਨ। ਖਬਰਾਂ ਲੈ ਜਾਣ ਵਾਲੇ ਰਾਹ ਵਿੱਚ ਬਣੀਆਂ ਸਰਕਾਰੀ ਸਰਾਵਾਂ ਵਿੱਚ ਰਾਤ ਕੱਟਦੇ। ਉੱਥੇ ਗੱਲ ਕਥ ਰਾਹੀਂ ਜੋ ਸੁਣਿਆ ਜਾਂਦਾ ਉਹ ਮੁਸਾਫਰਾਂ ਪਾਂਧੀਆਂ ਰਾਹੀਂ ਬੜੇ ਦੇਰ ਪਿੱਛੋਂ ਗੱਲੋਂ ਗੱਲੀ ਪਿੰਡਾਂ ਵਿੱਚ ਪਹੁੰਚਦਾ। ਕਈਆਂ ਘਟਨਾਵਾਂ ਦਾ ਦੂਰ ਦਰਾਜ਼ ਦੀਆਂ ਇਲਾਕਿਆਂ ਵਿੱਚ ਕਈ ਮਹੀਨਿਆਂ ਪਿੱਛੋਂ ਪਤਾ ਲੱਗਦਾ। ਖਬਰਾਂ ਦੇ ਪਸਾਰ ਦੇ ਵੱਡੇ ਸਾਧਨ ਜਰਨੈਲੀ ਸੜਕ ਉੱਤੇ ਬਣੀਆਂ ਸਰਕਾਰੀ ਸਰਾਵਾਂ ਤੇ ਦਰਿਆਵਾਂ ਦੇ ਪੱਤਨ ਸਨ। ਸਰਕਾਰੀ ਹਰਕਾਰੇ, ਮੁਸਾਫਰ ਤੇ ਕਾਫਲੇ ਇੱਥੋਂ ਦੀ ਲੰਘਦੇ ਹੋਏ ਠਹਿਰਦੇ। ਦਿੱਲੀ, ਲਾਹੌਰ ਜਾਂ ਹੋਰ ਸ਼ਹਿਰਾਂ ਦੀਆਂ ਖਬਰਾਂ ਮੂੰਹੋਂ ਮੂੰਹ 4 ਚੁਫੇਰੇ ਨੂੰ ਤੁਰ ਜਾਂਦੀਆਂ। ਜ਼ਕਰੀਆ ਖਾਨ ਨੇ ਸਿੰਘਾਂ ਵਿਰੁੱਧ ਅਤਿਆਚਾਰਾਂ ਦੀ ਕੁਠਾਲੀ ਬੁਰੀ ਤਰ੍ਹਾਂ ਤਪਾਈ ਹੋਈ ਸੀ। ਸਿੰਘਾਂ ਦੀਆਂ ਸ਼ਹਾਦਤਾਂ ਕੌਣ ਤੇ ਕਿੱਥੋਂ ਫੜਿਆ ਗਿਆ, ਗਸ਼ਤੀ ਫੌਜ ਨਾਲ ਸਿੰਘਾਂ ਦੀਆਂ ਹੋਣ ਵਾਲੀਆਂ ਟੱਕਰਾਂ ਵਿੱਚ ਦੁਵੱਲਾ ਜਾਂ ਇੱਕ ਧਿਰ ਦਾ ਕਿੰਨਾ ਕੁ ਨੁਕਸਾਨ ਹੋਇਆ, ਇਸ ਦਾ ਵੀ ਲਾਹੌਰ ਵੱਲੋਂ ਆਏ ਮੁਸਾਫਰਾਂ ਦੇ ਮੂੰਹੋਂ ਹੀ ਪਤਾ ਲੱਗਦਾ ਸੀ। ਲੋਕਾਂ ਵਾਸਤੇ ਕੋਈ ਅਖਬਾਰ ਜਾਂ ਰਸਾਲੇ ਉਪਲਬਧ ਨਹੀਂ ਸਨ। ਤਾਰ, ਰੇਡੀਓ, ਟੈਲੀਫੋਨ, ਵਾਇਰਲੈਸ ਤੇ ਟੈਲੀਵਿਜ਼ਨ ਤਾਂ ਅਜੇ ਕੱਲ ਹੋਂਦ ਵਿੱਚ ਆਏ ਹਨ। ਇਹਨਾਂ ਸਾਧਨਾਂ ਤੋਂ ਬਿਨਾਂ ਕਿਹੋ ਜਿਹੀ ਹਾਲਤ ਹੋਵੇਗੀ, ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਭਾਈ ਤਾਰੂ ਸਿੰਘ ਦਾ ਪਿੰਡ ਲਾਹੌਰ ਪੱਟੀ ਵਾਲੀ ਵੱਡੀ ਸੜਕ ਪਾਸ ਸੀ ਤੇ ਉਸਦੇ ਘਰ ਓਬੜ ਅਜਨਬੀ ਰਾਹੀਆਂ ਨੂੰ ਰਾਤ ਕਟੀ ਲਈ ਬਿਨਾਂ ਭਿੰਨ ਭੇਤ ਦੇ ਆਰਾਮ ਆਸਰਾ ਮਿਲਦਾ ਸੀ। ਇਸ ਲਈ ਲਾਹੌਰ ਵਿੱਚ ਵਾਪਰਨ ਵਾਲੀਆਂ ਕਈ ਘਟਨਾਵਾਂ, ਖਾਸ ਕਰਕੇ ਜੋ ਸਿੰਘਾਂ ਨਾਲ ਸੰਬੰਧਿਤ ਹੋਇਆ ਕਰਦੀਆਂ ਸਨ, ਦਾ ਇੱਥੇ ਪਤਾ ਲੱਗਦਾ ਰਹਿੰਦਾ ਸੀ। ਰਾਠ ਸਿੰਘਾਂ ਨੂੰ ਉਹਨਾਂ ਵਿਰੁੱਧ ਹੋਣ ਵਾਲੀਆਂ ਸਰਕਾਰੀ ਕੋਸ਼ਿਸ਼ਾਂ ਦੀ ਇੱਥੋਂ ਸੂਹ ਮਿਲ ਜਾਂਦੀ
ਤੇ ਇੰਜ ਵੇਲੇ ਸਿਰ ਪਤਾ ਲੱਗ ਜਾਣ ਨਾਲ ਕਈ ਵਾਰ ਉਹਨਾਂ ਦਾ ਬਚਾਅ ਵੀ ਹੋ ਜਾਂਦਾ। ਲਾਹੌਰ ਪੂਲਿਆਂ ਤੋਂ ਦੂਰ ਨਹੀਂ ਹੈ, ਸਿਰਫ 45 ਕਿਲੋਮੀਟਰ ਦੀ ਵਿੱਥ ਹੈ। ਲਾਹੌਰ ਖਾਨ ਬਹਾਦਰ ਦੀ ਕਚਹਿਰੀ ਵਿੱਚ ਹੋਏ ਵਾਪਰੇ ਦੀਆਂ ਖਬਰਾਂ ਦੂਜੇ ਕੁ ਦਿਨ ਮੁਸਾਫਰਾਂ ਰਾਹੀਂ ਇੱਥੇ ਪਹੁੰਚ ਜਾਂਦੀਆਂ। ਰਹੀਮ ਬਖਸ਼ ਮਾਛੀ ਪੱਟੀ ਵਾਲੇ ਨਾਲ ਪੱਟੀ ਦੇ ਫੌਜਦਾਰ ਵੱਲੋਂ ਹੋਈ ਵਧੀਕੀ ਦੀ ਖਬਰ ਵੀ ਇੱਥੇ ਹੀ ਮਿਲੀ ਸੀ। ਇੱਥੋਂ ਕੁਝ ਰਾਠ ਸਿੰਘਾਂ ਨੇ ਪੱਟੀ ਜਾ ਕੇ ਜਾਨਾਂ ਹੂਲ ਕੇ ਉਸ ਗਰੀਬ ਦੀ ਕੰਨਿਆ ਦਾ 7 ਪੱਤ ਬਚਾਇਆ ਸੀ। ਇਹ ਰਵਾਇਤ ਇਸ ਤਰ੍ਹਾਂ ਹੈ ਕਿ ਪੱਟੀ ਦੇ ਫੌਜਦਾਰ ਦਾ ਮਨ ਇੱਥੋਂ ਦੇ ਇੱਕ ਰਹੀਮ ਬਖਸ਼ ਮਾਛੀ ਦੀ ਨੌਜਵਾਨ ਤੇ ਸੁੰਦਰ ਲੜਕੀ ਸਲਮਾ ਤੇ ਆ ਗਿਆ। ਉਸ ਦੇ ਰਿਸ਼ਤੇ ਲਈ ਪੈਗਾਮ ਘਲਾਇਆ। ਗਰੀਬ ਸਿਆਣੇ ਬਾਪ ਨੇ ਜਦ ਆਪਣੀ ਸੁਘੜ ਧੀ ਪਾਸੋਂ ਉਸ ਦੀ ਰਜਾ ਪੁੱਛੀ ਤਾਂ ਉਸਨੇ ਸ਼ਾਦੀशुदा ਪੁੱਤਾਂ ਧੀਆਂ ਵਾਲੇ ਆਪਣੇ ਤੋਂ ਵਡੇਰੀ ਉਮਰ ਦੇ ਨਿੱਤ ਦੇ ਸ਼ਰਾਬੀ ਤੇ ਤਾਨਾਸ਼ਾਹ ਮਰਦ ਦੀ ਹਵਸ ਦਾ ਸ਼ਿਕਾਰ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਿਹਾ ਕਿ ਉਹ ਕਦਾਚਿਤ ਉਸ ਨਾਲ ਨਿਕਾਹ ਨਹੀਂ ਕਰਾ ਸਕਦੀ। ਫੌਜਦਾਰ ਨੇ ਖਹਿੜਾ ਨਾ ਛੱਡਿਆ। ਪਹਿਲਾਂ ਲਾਲਚ ਦਿੰਦਾ ਰਿਹਾ, ਫਿਰ ਧਮਕੀਆਂ ਤੇ ਉਤਰਿਆ, ਪਰ ਜਦ ਉਸ ਮਰਦ ਬੱਚੀ ਉੱਤੇ ਕੋਈ ਅਸਰ ਨਾ ਹੋਇਆ ਤਾਂ ਆਪਣੇ ਆਦਮੀ ਭਿਜਵਾ ਕੇ ਕੁੜੀਆਂ ਨਾਲ ਬਾਹਰੋਂ ਆਉਂਦੀ ਨੂੰ ਉਧਾੜਾ ਕਰ ਮੰਗਵਾਇਆ। ਜਦ ਉਸਨੇ ਰੂਬਰੂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸਨੂੰ ਆਪਣੀ ਹਵੇਲੀ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਉਸ ਉੱਤੇ ਸਖਤ ਕਰੜਾ ਪਹਿਰਾ ਲਾ ਦਿੱਤਾ। ਰਹੀਮ ਬਖਸ਼ ਨੂੰ ਫਿਰ ਸੱਦਿਆ ਤੇ ਕਿਹਾ ਕਿ ਜੇ ਇਸ ਦੀ ਸੁੱਖ ਚਾਹੁੰਦਾ ਹੈ ਤਾਂ ਇਸ ਨੂੰ ਆਖਰੀ ਵਾਰ ਸਮਝਾ ਲੈ। ਮੈਨੂੰ ਇਨਕਾਰ ਕਰਕੇ ਇਹ ਜ਼ਿੰਦਾ ਨਹੀਂ ਰਹਿ ਸਕੇਗੀ। ਰਹੀਮ ਬਖਸ਼ ਧੀ ਨੂੰ ਮਿਲਿਆ ਤੇ ਆਪਣੀ ਬੇਬਸੀ ਦਾ ਵਾਸਤਾ ਪਾਇਆ। ਕੁੜੀ ਨੇ ਪਿਓ ਨੂੰ ਹੌਸਲਾ ਦਿੱਤਾ ਤੇ ਕਿਹਾ, ਮੈਂ ਮਰ ਬੇਸ਼ੱਕ ਜਾਵਾਂ ਪਰ ਇਸ ਮਰਦੂਦ ਨਾਲ ਨਿਕਾਹ ਨਹੀਂ ਪੜਾਵਾਂਗੀ। ਅੱਬਾ, ਤੂੰ ਲਾਹੌਰ ਜਾ ਕੇ ਫਰਿਆਦ ਕਰ, ਜ਼ਰੂਰ ਇਨਸਾਫ ਮਿਲੇਗਾ। ਜੇ ਗੱਲ ਪਰਾਂ ਜਾਵੇ, ਉੱਥੋਂ ਨਿਆਂ ਦਾ ਖੈਰ ਨਾ ਪਵੇ ਤਾਂ ਫਿਰ ਸਿੰਘਾਂ ਪਾਸ ਪੁੱਜ ਕੇ ਸਾਰੀ ਗੱਲ ਦੱਸੀ, ਫਰਿਆਦ ਲਾਵੀਂ। ਇਹਨਾਂ ਤੋਂ ਬਿਨਾਂ ਕਿਸੇ ਬਾਹ ਨਹੀਂ ਫੜਨੀ। ਦਿਲ ਨਾ ਛੱਡ ਤੇ ਸਵੇਰੇ ਹੀ ਲਾਹੌਰ ਨੂੰ ਤੁਰ ਜਾ। ਫੌਜਦਾਰ ਨੇ ਵਧੇਰੀ ਉਮਰ ਦੀਆਂ ਬੁੜੀਆਂ ਔਰਤਾਂ ਨੂੰ ਇਨਾਮ ਇਕਰਾਮ ਦਾ ਲਾਲਚ ਦੇ ਕੇ ਕੁੜੀ ਨੂੰ ਵਰਗਲਾਉਣ ਲਈ ਕਿਹਾ, ਪਰ ਸਲਮਾ ਇਸ ਆਦਮੀ ਨੂੰ ਕਿਸੇ ਵੀ ਹਾਲਤ ਵਿੱਚ ਕਬੂਲਣ ਲਈ ਤਿਆਰ ਨਾ ਹੋਈ। ਜਦ ਕੋਈ ਢੰਗ ਸਫਲ ਨਾ ਹੋਇਆ ਤਾਂ ਇੱਕ ਵਕੀਲ ਤੇ ਇੱਕ ਲਾਲਚ ਦਾ ਪੁਤਲਾ ਮੌਲਵੀ ਤਿਆਰ ਕਰਕੇ ਢੋਂਗ ਰਚ ਲਿਆ ਕਿ ਆਉਣ ਵਾਲੇ ਜੁੰਮੇ ਨੂੰ ਸਲਮਾ ਨਿਕਾਹ ਲਈ ਮੰਨ ਗਈ ਹੈ। ਰਹੀਮ ਬਖਸ਼ ਪਹਿਲਾਂ ਤਾਂ ਮਿੰਨਤ ਮੰਨਤ ਕਰਦਾ ਰਿਹਾ, ਆਪਣੀ ਗਰੀਬੀ ਤੇ ਬੁਢੇਪੇ ਦਾ ਵਾਸਤਾ ਪਾਇਆ। ਇਸ ਸਿਲਸਿਲੇ ਵਿੱਚ ਸ਼ਰਅ ਦੀ ਦੁਹਾਈ ਪਾਈ, ਪਰ ਪੱਥਰ ਦਿਲ ਹਾਕਮ ਨੇ ਇੱਕ ਨਾ ਸੁਣੀ। ਉਹ ਨਿਰਾਸ਼ ਹੋ ਕੇ ਲਾਹੌਰ ਵੱਲ ਤੁਰ ਪਿਆ। ਜਾਫਰ ਬੇਗ ਫੌਜਦਾਰ ਖਾਨ ਬਹਾਦਰ ਦੀ ਰਿਸ਼ਤੇਦਾਰੀ ਵਿੱਚੋਂ ਸੀ, ਨਾਲੇ ਉਸ ਦਾ ਖਾੜਕੂ ਸਾਥੀ ਸੀ ਜੋ ਮਾਝੇ ਵਿੱਚ ਪੱਟੀ ਦੇ ਦੁਆਲੇ ਸਿੱਖਾਂ ਉੱਤੇ ਸਖਤੀ ਕਾਰਨ ਨਾਮਣਾ ਖੱਟ ਚੁੱਕਿਆ ਸੀ। ਖਾਨ ਬਹਾਦਰ ਨੇ ਬੁੱਢੇ ਦੀ ਫਰਿਆਦ ਵੱਲ ਕੋਈ ਧਿਆਨ ਨਾ ਦਿੱਤਾ, ਬਸ ਟਾਲ ਮਟੋਲ ਕਰ ਦਿੱਤੀ। ਉਸਨੂੰ ਇਹ ਵੀ ਕਹਿ ਦਿੱਤਾ ਕਿ ਜੇ ਉਹ ਚਾਹੇ ਤਾਂ ਦਿੱਲੀ ਜਾ ਕੇ ਬਾਦਸ਼ਾਹ ਪਾਸ ਫਰਿਆਦ ਕਰ ਲਵੇ। ਖਾਨ ਬਹਾਦਰ ਜਾਣਦਾ ਸੀ ਕਿ ਬੁੱਢੇ ਲਈ ਦਿੱਲੀ ਬਹੁਤ ਦੂਰ ਹੈ। ਇੱਕ ਢੰਗ ਨਾਲ ਫੌਜਦਾਰ ਦੀ ਪੁੱਜ ਕੇ ਰਹੀ ਕੀਤੀ। ਰਹੀਮ ਬਖਸ਼ ਨੂੰ ਲਾਹੌਰੋਂ ਵਾਪਸ ਮੁੜਦਿਆਂ ਰਾਤ ਪੂਲਿਆਂ ਲਾਗੇ ਪੈ ਗਈ। ਇਸ ਨੂੰ ਪੱਟੀ ਦਾ ਹੋਣ ਕਰਕੇ ਪਤਾ ਸੀ ਕਿ ਇੱਥੇ ਭਾਈ ਤਾਰੂ ਸਿੰਘ ਦਾ ਘਰ ਮੁਸਾਫਰਾਂ ਤੇ ਨਿਆਸਰਿਆਂ ਲਈ ਚੰਗਾ ਟਿਕਾਣਾ ਹੈ। ਉਸ ਨੂੰ ਹੁਣ ਸਿੰਘਾਂ ਤੋਂ ਸਹਾਇਤਾ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਦੱਸਦਾ, ਪਰ ਸਿੰਘਾਂ ਨੂੰ ਕਿੱਥੋਂ ਲੱਭੇ। ਇਹ ਸੋਚ ਕੇ ਕਿ ਸ਼ਾਇਦ ਇੱਥੋਂ ਕੋਈ ਪਤਾ ਲੱਗ ਸਕੇ, ਉਹ ਭਾਈ ਜੀ ਪਾਸ ਆ ਗਿਆ। ਰਹੀਮ ਬਖਸ਼ ਨੇ ਕਿਹਾ ਕਿ ਉਸਨੇ ਰਾਤ ਕੱਟਣੀ ਹੈ ਤੇ ਨਾਲ ਹੀ ਦੱਸ ਦਿੱਤਾ ਕਿ ਉਹ ਮੁਸਲਮਾਨ ਹੈ। ਸਿੰਘ ਨੇ ਜਿਉਂ ਆਇਆ ਆਖ ਕੇ ਇਸ ਨੂੰ ਕਿਹਾ ਕਿ ਤੁਸੀਂ ਅੱਲਾ ਦਾ ਨੂਰ ਹੋ, ਆਪਾਂ ਇੱਕੋ ਜਿਹੇ ਇਨਸਾਨ ਹਾਂ, ਤੁਸੀਂ ਇਸ ਨੂੰ ਆਪਣਾ ਘਰ ਸਮਝੋ। ਵਾਹਿਗੁਰੂ ਨੇ ਜੋ ਕੁਝ ਬਖਸ਼ਿਆ ਹੈ ਉਸ ਵਿੱਚ ਤੁਹਾਡਾ ਬਰਾਬਰ ਦਾ ਹਿੱਸਾ ਹੈ। ਜਲ ਪਾਣੀ ਛਕਾਇਆ, ਮੰਜਾ ਦਿੱਤਾ, ਲੰਗਰ ਪੱਕੇ ਤੇ ਪਹਿਲਾਂ ਉਸ ਨੂੰ ਛਕਾਇਆ। ਭਾਈ ਤਾਰੂ ਸਿੰਘ ਜੀ ਨੂੰ ਬਾਬੇ ਦੇ ਚਿਹਰੇ ਦੀ ਪਰੇਸ਼ਾਨੀ ਕੁਝ ਅਜੀਬ ਜਿਹੀ ਲੱਗੀ ਤੇ ਉਹ ਪੁੱਛ ਹੀ ਬੈਠਾ ਕਿ ਇਸ ਦਾ ਕੀ ਕਾਰਨ ਹੈ। ਬੁੱਢੇ ਮਾਛੀ ਨੇ ਹੌਕੇ ਲੈ ਲੈ ਕੇ ਸਾਰੀ ਬਿਪਤਾ ਕਹਿ ਸੁਣਾਈ ਤੇ ਦੱਸਿਆ ਕਿ ਲਾਹੌਰੋਂ ਵੀ ਜਵਾਬ ਹੋ ਗਿਆ ਹੈ। ਧੀ ਨੇ ਆਖਿਆ ਸੀ ਕਿ ਜੇ ਚਾਰੇ ਬੰਨੇ ਗੱਲ ਨਾ ਬਣੇ ਤਾਂ ਸਿੰਘਾਂ ਪਾਸ ਜਾ ਦੁਹਾਈ ਪਾਈ, ਪਰ ਮੈਂ ਸਿੰਘਾਂ ਨੂੰ ਕਿੱਥੋਂ ਲੱਭਾਂ? ਇਹ ਕਾਰਨ ਹੈ ਮੇਰੀ ਪਰੇਸ਼ਾਨੀ ਦਾ। ਗਰੀਬ ਦੀ ਕੀ ਜ਼ਿੰਦਗੀ ਹੈ। ਭਾਈ ਤਾਰੂ ਸਿੰਘ ਜੀ ਨੇ ਧੀਰਜ ਦਿੰਦਿਆਂ ਕਿਹਾ ਕਿ ਰੱਬ ਦਾ ਦਰ ਸਭ ਲਈ ਖੁੱਲਾ ਹੈ, ਤੁਸੀਂ ਉਸ ਤੇ ਭਰੋਸਾ ਰੱਖੋ, ਸਭ ਠੀਕ ਹੋ ਜਾਵੇਗਾ।
ਗਮਾਂ ਮਾਰੇ ਬੁੱਢੇ ਨੂੰ ਕੁਝ ਸਮਝ ਨਾ ਆਈ। ਦੇਵਨੇਤ ਨਾਲ ਝਿੜੀ ਵਿੱਚ 10 ਕੁ ਘੋੜਸਵਾਰ ਰਾਠ ਸਿੰਘ ਆਏ ਹੋਏ ਸਨ ਤੇ ਭਾਈ ਸਾਹਿਬ ਨੇ ਵਾਹਵਾ ਹਨੇਰਾ ਹੋਏ ਤੋਂ ਲੰਗਰ ਲੈ ਕੇ ਜਾਣਾ ਸੀ। ਬੁੱਢੇ ਦੇ ਚਿਹਰੇ ਦੀ ਮਾਯੂਸੀ ਭਾਈ ਸਾਹਿਬ ਦੇ ਮਨ ਨੂੰ ਉਖੇੜ ਰਹੀ ਸੀ। ਦਿਲੋਂ ਉਸਨੇ ਸ਼ੁਕਰ ਮਨਾਇਆ ਕਿ ਰੱਬ ਨੇ ਚੰਗਾ ਢੋ ਟੁਕਾਇਆ ਹੈ। ਭਾਈ ਤਾਰੂ ਸਿੰਘ ਜੀ ਲੰਗਰ ਲੈ ਕੇ ਝਿੜੀ ਵਿੱਚ ਅੱਪੜੇ। ਲੰਗਰ ਛਕਾ ਕੇ ਰਹੀਮ ਬਖਸ਼ ਦੀ ਵਿਥਿਆ ਸੁਣਾਈ ਤੇ ਕਿਹਾ ਕਿ ਹੁਣ ਤਾਂ ਸਿੰਘਾਂ ਪਾਸੋਂ ਹੀ ਸਹਾਇਤਾ ਦੀ ਆਸ ਹੈ। ਸਿੰਘਾਂ ਵੀ ਅਰਦਾਸਾ ਸੋਧ ਕੇ ਤਿਆਰ ਕਰ ਲਿਆ। ਭਾਈ ਸਾਹਿਬ ਨੂੰ ਕਿਹਾ ਕਿ ਬੁੱਢੇ ਨੂੰ ਉਠਾ ਕੇ ਪਿੰਡੋਂ ਬਾਹਰ ਲਿਆ ਕੇ ਸਾਡੇ ਨਾਲ ਕਰ ਦਿਓ ਤਾਂ ਕਿ ਅੱਗੇ ਸ਼ਹਿਰ ਵਿੱਚ ਥਾਂ ਟਿਕਾਣੇ ਅੱਪੜਨ ਲਈ ਸਾਡੀ ਅਗਵਾਈ ਕਰੇ। ਵਾਪਸ ਘਰ ਆ ਕੇ ਬਾਬੇ ਨੂੰ ਉਠਾ ਕੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਨਿਮਾਣੀ ਦੀ ਕੂਕ ਵਾਹਿਗੁਰੂ ਦੇ ਦਰਬਾਰ ਸੁਣੀ ਗਈ ਹੈ। ਸਿੰਘ ਆ ਗਏ ਹਨ ਤੇ 2 ਪੈਰਾਂ ਦੇ ਅੰਦਰ ਅੰਦਰ ਲਗੜ ਦੇ ਪੰਜੇ ਚੋਂ ਤੜਫਦੀ ਬਟੇਰੀ ਖਿੱਚ ਲਵਾਂਗੇ। ਬੁੱਢੇ ਨੂੰ ਬਾਹਰ ਲਿਆ ਕੇ ਇੱਕ ਸਿੰਘ ਦੇ ਪਿੱਛੇ ਬਿਠਾ ਦਿੱਤਾ ਤੇ ਅੱਧੇ ਕੁ ਪਹਿਰ ਵਿੱਚ ਭਲਿਆਂ ਵਾਲੀ ਸੱਥ ਲਾਗੇ ਪੱਟੀ ਦੇ ਬਾਹਰਲੇ ਦਰਵਾਜ਼ੇ ਦੇ ਊਂਘਦੇ ਪਹਿਰੇ ਵਾਲਿਆਂ ਨੂੰ ਜਾ ਦਬੋਚਿਆ। ਬੁੱਢੇ ਨੂੰ ਨਾਲ ਲੈ ਕੇ ਹਵੇਲੀ ਦਾ ਬੂਹਾ ਇਹ ਕਹਿ ਕੇ ਖੁਲਵਾ ਲਿਆ ਕਿ ਲਾਹੌਰੋਂ ਖਾਸ ਹਰਕਾਰਾ ਆਇਆ ਹੈ। ਅੰਦਰ ਵੜਦਿਆਂ ਹੀ ਪਹਿਰੇਦਾਰ ਨੂੰ ਪਾਰ ਬੁਲਾ ਦਿੱਤਾ ਤੇ ਬਾਕੀ ਸੁੱਤੇ ਹੀ ਨੱਪ ਲਏ। ਜਿਨ ਸਿਰ ਚੁੱਕਿਆ ਸਿਰ ਵਢਾ ਬੈਠਾ, ਬਚੇ ਉਹ ਜੋ ਕੇਸਲ ਮਾਰ ਗਏ। ਰਹੀਮ ਬਖਸ਼ ਦੇ ਕਹਿਣ ਤੇ ਕੁੜੀ ਨੇ ਬੂਹਾ ਖੋਲ ਦਿੱਤਾ ਤੇ ਉਸ ਨੂੰ ਨਾਲ ਲੈ ਕੇ ਸਿੰਘ ਜਿਵੇਂ ਆਏ ਸਨ ਤਿਵੇਂ ਹਵਾ ਹੋ ਗਏ। ਸ਼ਹਿਰੋਂ ਬਾਹਰ ਨਿਕਲਣ ਤੋਂ ਪਹਿਲਾਂ ਬੁੱਢੇ ਨੂੰ ਕਿਹਾ ਕਿ ਜੋ ਕੁਝ ਘਰੋਂ ਪੱਲੇ ਬੰਨਣ ਵਾਲਾ ਲੈ ਸਕਦਾ ਹੈ ਲੈ ਲੈ। ਫਿਰ ਬਾਹਰ ਆ ਕੇ ਪਿਓ ਧੀ ਨੂੰ ਇੱਕ ਘੋੜੇ ਉੱਤੇ ਕਰਕੇ ਅੱਧੀ ਰਾਤ ਤੋਂ ਪਿੱਛੋਂ ਪੁਲੀ ਆ ਗਏ। ਸਿੰਘਾਂ ਪਾਸ ਜੋ ਕੁਝ ਸੀ ਉਹ ਵੀ ਕੁੜੀ ਦੇ ਹਵਾਲੇ ਕਰ ਦਿੱਤਾ। ਉਹਨਾਂ ਰਾਤ ਘਰ ਕੱਟੀ ਤੇ ਸਿੰਘ ਝਿੜੀ ਵਿੱਚ ਚਲੇ ਗਏ। 2 ਦਿਨ ਇੱਥੇ ਰਹਿ ਕੇ ਬੁੱਢਾ ਰਹੀਮ ਬਖਸ਼ ਤਾਰੂ ਸਿੰਘ ਅਤੇ ਦੂਜਿਆਂ ਸਿੰਘਾਂ ਨੂੰ ਅਸੀਸਾਂ ਦਿੰਦਾ ਹੋਇਆ ਧੀ ਨੂੰ ਲੈ ਕੇ ਕਸੂਰ ਵੱਲ ਚਲਾ ਗਿਆ, ਜਿੱਥੇ ਉਹ ਆਪਣੀ ਰਿਸ਼ਤੇਦਾਰੀ ਦੱਸਦਾ ਸੀ ਤੇ ਕੁੜੀ ਨੂੰ ਵਿਆਹ ਫਾਰਗ ਹੋ ਕੇ ਸੁੱਖ ਨਾਲ ਦਿਨ ਕੱਟੀ ਕਰ ਸਕਦਾ ਸੀ। ਜੇ ਇਹ ਜੁਰਮ ਹੈ ਤਾਂ ਭਾਈ ਤਾਰੂ ਸਿੰਘ ਜੀ ਨੇ ਇਹ ਅਵਸ਼ ਕੀਤਾ ਸੀ। ਭਾਈ ਤਾਰੂ ਸਿੰਘ ਦੀ ਜ਼ਮੀਨ ਲਹਿੰਦੇ ਪਹਾੜ ਵਾਲੇ ਪਾਸੇ ਪਿੰਡੋਂ 1.5 ਕਿਲੋਮੀਟਰ ਦੀ ਵਿੱਥ ਤੇ ਸੀ। ਖੇਤਾਂ ਤੋਂ ਅੱਗੇ ਪੱਛਮ ਪਹਾੜ ਵਿੱਚ ਇੱਕ ਤਕੜੀ ਝਿੜੀ ਸੀ। ਕਿਸੇ ਜ਼ਮਾਨੇ ਵਿੱਚ ਜਾਮਣ ਵਾਲੇ ਰੁੱਖ ਤੇ ਛਾਂਗੇ ਮਾਂਗੇ ਵਾਲੇ ਜੰਗਲ, ਇਹ ਦੋਵੇਂ ਹੀ ਹੁਣ ਪਾਕਿਸਤਾਨ ਵਿੱਚ ਹਨ, ਦਾ ਹਿੱਸਾ ਸੀ। ਭੰਗੀ, ਕਨਈਆ, ਸਿੰਘਪੁਰੀਆਂ ਤੇ ਸ਼ਹੀਦ ਮਿਸਲ ਦੇ ਰਾਠ ਸਿੰਘਾਂ ਜੋ ਆਮ ਤੌਰ ਤੇ ਮਾਝੇ ਦੀਆਂ ਜੰਗਲਾਂ ਬੇਲੀਆਂ ਵਿੱਚ ਵਿਚਰਦੇ ਸਨ, ਵਿੱਚੋਂ 5-5, 10-10 ਸਿੰਘ ਰਾਤ ਕੱਟੀ ਲਈ ਇਸ ਝਿੜੀ ਵਿੱਚ ਆ ਨਿਕਲਦੇ, ਦਿਹਾੜੀ ਡੰਗ ਟਪਾ ਕੇ ਫਿਰ ਕਿਸੇ ਪਾਸੇ ਛਿੜ ਜਾਂਦੇ। ਇਹ ਸਿੰਘ ਪਿੰਡ ਪੋਲੇ ਵਿਖੇ ਨਹੀਂ ਸਨ ਆਇਆ ਜਾਇਆ ਕਰਦੇ, ਇੱਥੇ ਹੀ ਰਹਿੰਦੇ ਤੇ ਇੱਥੋਂ ਹੀ ਅੱਗੇ ਨਿਕਲ ਜਾਂਦੇ। ਇਹ ਸੂਰਮੇ ਆਪਣੇ ਕੌਮੀ ਅਣਖ ਦਾ ਝੰਡਾ ਬੁਲੰਦ ਰੱਖਣ ਲਈ ਸਿਰ ਤਲੀ ਉੱਤੇ ਧਰੀ ਫਿਰਦੇ ਸਨ। ਸਰਕਾਰ ਦੀਆਂ ਗਸ਼ਤੀ ਫੌਜਾਂ ਇਹਨਾਂ ਨੂੰ ਚੈਨ ਨਾਲ ਨਹੀਂ ਸਨ ਟਿਕਣ ਦਿੰਦੀਆਂ ਤੇ ਇਹ ਸਰਕਾਰ ਨੂੰ ਸੁੱਖ ਦੀ ਨੀਂਦ ਨਹੀਂ ਸਨ ਸੌਣ ਦਿੰਦੇ। ਇਹਨਾਂ ਵਿੱਚੋਂ ਜਦ ਕੋਈ ਪੈਦਲ ਜਾਂ ਘੋੜ ਚੜੇ ਥੋੜੇ ਚਿਰ ਲਈ ਇਸ ਝਿੜੀ ਵਿੱਚ ਆਣ ਟਿਕਦੇ ਤਾਂ ਭਾਈ ਤਾਰੂ ਸਿੰਘ ਰਾਤ ਨੂੰ ਲੰਗਰ ਤਿਆਰ ਕਰਕੇ ਸਿਰ ਤੇ ਚੁੱਕ ਕੇ ਜੰਗਲ ਵਿੱਚ ਲਿਆ ਕੇ ਬੜੇ ਪਿਆਰ ਨਾਲ ਸਿੰਘਾਂ ਨੂੰ ਛਕਾ ਜਾਂਦਾ। ਕਿਸੇ ਦੀ ਲੀੜੇ ਕੱਪੜੇ ਨਾਲ ਵੀ ਸਹਾਇਤਾ ਕੀਤੀ ਜਾਂਦੀ। ਲਾਹੌਰ ਵਾਪਰੀਆਂ ਘਟਨਾਵਾਂ ਦੀਆਂ ਖਬਰਾਂ ਜੋ ਫੜੇ ਗਏ ਜਾਂ ਸ਼ਹੀਦ ਕੀਤੇ ਗਏ ਸਿੰਘਾਂ ਬਾਰੇ ਹੁੰਦੀਆਂ। ਗਸ਼ਤੀ ਫੌਜ ਦੀ ਹਿਲਜੁਲ ਸੰਬੰਧੀ ਭਾਵ ਜਿਸ ਗੱਲ ਦੀ ਸੂਹ ਭਾਈ ਸਾਹਿਬ ਨੂੰ ਮਿਲੀ ਹੁੰਦੀ, ਰਾਤ ਨੂੰ ਝਿੜੀ ਵਿੱਚ ਸਿੰਘਾਂ ਨੂੰ ਮਿਲ ਜਾਂਦੀ ਤੇ ਫਿਰ ਉਹਨਾਂ ਤੋਂ ਅੱਗੇ ਜਥਿਆਂ ਵਿੱਚ ਅੱਪੜ ਜਾਂਦੀ। ਸਿੰਘ ਜੋ ਜੰਗਲਾਂ ਵਿੱਚ ਮਾਰੇ ਫਿਰਦੇ ਸਨ, ਉਹਨਾਂ ਤਾਈਂ ਖਬਰ ਸੂਹ ਪਹੁੰਚਣ ਦਾ ਇਹੋ ਜਿਹੀ ਠਾਹਰ ਤੋਂ ਬਿਨਾਂ ਹੋਰ ਕੀ ਸਾਧਨ ਹੋ ਸਕਦਾ ਸੀ। ਭਾਈ ਤਾਰੂ ਸਿੰਘ ਜੀ ਬਿਨਾਂ ਵਿਤਕਰੇ ਸਮੂਹ ਮਨੁੱਖ ਮਾਤਰ ਨੂੰ ਪਿਆਰ ਕਰਦੇ ਸਨ, ਪਰ ਇਹਨਾਂ ਸਿੰਘਾਂ ਲਈ ਤਾਂ ਉਹਨਾਂ ਦੇ ਦਿਲ ਵਿੱਚ ਵਿਸ਼ੇਸ਼ ਪ੍ਰੇਮ ਸੀ। ਉਹ ਸਮਝਦੇ ਸਨ ਕਿ ਇਹ ਪੰਥ ਦੀ ਆਨ ਸ਼ਾਨ ਕਾਇਮ ਰੱਖਣ ਲਈ ਜਾਨਾਂ ਦੀ ਬਾਜੀ ਲਾ ਕੇ ਜੂਝ ਰਹੇ ਹਨ। ਇਹਨਾਂ ਦੀ ਸੇਵਾ ਅਸਲ ਸੇਵਾ ਹੈ ਤੇ ਇਹੋ ਬੰਦਗੀ ਹੈ। ਇਹਨਾਂ ਦੀ ਸੇਵਾ ਵਿੱਚ ਜੇ ਜਾਨ ਵੀ ਲੇਖੇ ਲੱਗ ਜਾਵੇ ਤਾਂ ਇਹ ਵੱਡੇ ਭਾਗ ਹੋਣਗੇ। ਇਸ ਲਈ ਉਹ ਆਪ ਮਾੜਾ ਛੱਕ ਲੈਂਦੇ, ਲੋੜ ਪੈਣ ਤੇ ਫਾਕੇ ਵੀ ਕੱਟ ਲੈਂਦੇ, 2 ਮੁੱਠਾਂ ਭੁੱਜੇ ਛੋਲੇ ਚੱਬ ਕੇ ਗੁਜ਼ਰ ਕਰ ਲੈਂਦੇ, ਪਰ ਇਹਨਾਂ ਲਈ ਯਤਨ ਕਰਕੇ ਕਣਕ ਦੇ ਪ੍ਰਸ਼ਾਦੇ ਤਿਆਰ ਕਰਦੇ। ਕਣਕ 19 ਦਿਨੀ ਵਡਮੁੱਲੀ ਚੀਜ਼ ਸੀ ਤੇ ਹਾਰੀ ਸਾਰੀ ਦੇ ਨਸੀਬਾਂ ਵਿੱਚ ਨਹੀਂ ਸੀ ਆਉਂਦੀ। ਲੋੜਵੰਦ ਸਿੰਘਾਂ ਲਈ ਕਛਹਿਰੇ ਤੇ ਦਸਤਾਰੇ ਵੀ ਹਾਜ਼ਰ ਕਰਦੇ। ਇਹਨਾਂ ਦੀ ਸੇਵਾ
जिस ਨੂੰ ਉਹ ਬਹੁਤ ਉੱਤਮ ਮੰਨਦੇ ਸਨ, ਵਿੱਚ ਉਹਨਾਂ ਨੂੰ ਆਪਣੇ ਸਤਿਗੁਰੂ ਦਸ਼ਮੇਸ਼ ਜੀ ਵਾਂਗ ਹੀ ਇਲਾਹੀ ਆਨੰਦ ਆਉਂਦਾ ਸੀ, ਕਿਉਂਕਿ ਸਤਿਗੁਰਾਂ ਵੱਲੋਂ ਹਰ ਪ੍ਰਕਾਰ ਦੀ ਸੇਵਾ, ਦਾਨ ਤੇ ਮਾਣ ਸਤਿਕਾਰ ਲਈ ਇਹਨਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਸਰਬ ਉੱਚ ਅਧਿਕਾਰੀ ਠਹਿਰਾਇਆ ਗਿਆ ਸੀ, ਜਦੋਂ ਕਿ ਉੱਚ ਜਾਤ ਅਭਿਮਾਨੀ ਤੇ ਹਉਮੈ ਦੀ ਜਿਲਣ ਵਿੱਚ ਗਰਕ ਹੋਏ ਪੰਡਤਾਂ ਨੇ ਕਿੰਤੂ ਕਰਦਿਆਂ ਕਿਹਾ ਸੀ ਕਿ ਹਰ ਤਰ੍ਹਾਂ ਦੀ ਸੇਵਾ, ਦਾਨ ਅਤੇ ਸਤਿਕਾਰ ਉੱਤੇ ਹੱਕ ਕੇਵਲ ਸਾਡਾ ਹੈ ਤੇ ਸਾਡੀ ਸੇਵਾ ਹੀ ਅੱਗੇ ਫਲੇ ਫੁਲੇਗੀ। ਇਹਨਾਂ ਹਕੀਰਾਂ ਦੀ ਸਾਡੇ ਨਾਲ ਕਿਵੇਂ ਬਰਾਬਰੀ ਹੋ ਸਕਦੀ ਹੈ। ਭਾਈ ਤਾਰੂ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਿਆ ਸੀ। ਭਾਈ ਤਾਰਾ ਸਿੰਘ ਵਾਂ ਦੇ ਜੀਵਨ ਨੇ ਉਹਨਾਂ ਨੂੰ ਬੜਾ ਪ੍ਰਭਾਵਿਤ ਕੀਤਾ। ਉਹਨਾਂ ਦੀ ਤੇ ਪਿੱਛੋਂ ਭਾਈ ਮਨੀ ਸਿੰਘ ਜੀ ਦੀ ਧਰਮ ਹੇਤ ਸ਼ਹੀਦੀ ਨੇ ਇਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਕੀਤਾ। ਲੋੜਵੰਦਾਂ ਦੀ ਸੇਵਾ ਕਰਕੇ ਇਹਨਾਂ ਨੂੰ ਬੜਾ ਹੀ ਆਨੰਦ ਆਉਂਦਾ। ਹਰ ਇੱਕ ਨਾਲ ਮਿੱਠਾ ਬੋਲਣ ਤੇ ਸਾਧੂ ਸੰਤਾਂ ਵਾਲਾ ਸੁਭਾਅ ਹੋਣ ਕਰਕੇ ਸਾਰਾ ਤਪਾ ਇਹਨਾਂ ਨੂੰ ਦਿਲੋਂ ਸਤਿਕਾਰਦਾ ਸੀ। ਇਸ ਤਪੇ ਵਿੱਚ ਮੁਸਲਮਾਨ ਵਸੋਂ ਵੀ ਕਾਫੀ ਸੀ, ਪਰ ਕਿਸੇ ਮੁਸਲਮਾਨ ਨੂੰ ਇਹਨਾਂ ਨਾਲ ਕੋਈ ਈਰਖਾ ਨਹੀਂ ਸੀ। ਉਹਨਾਂ ਵਿੱਚੋਂ ਕਿਸੇ ਨੇ ਵੀ ਲਾਹੌਰ ਜਾ ਕੇ ਇਹਨਾਂ ਵਿਰੁੱਧ ਕਦੀ ਕੁਝ ਨਹੀਂ ਸੀ ਕਿਹਾ। ਮੱਸੇ ਰੰਗੜ ਦੇ ਕਤਲ ਪਿੱਛੋਂ ਜਦ ਸਿੰਘਾਂ ਉੱਤੇ ਪਰਲੇ ਦਰਜੇ ਦੀ ਸਖਤੀ ਹੋਈ ਤਾਂ ਵੀ ਇਹਨਾਂ ਵੱਲ ਕਿਸੇ ਉਂਗਲ ਨਹੀਂ ਸੀ ਚੁੱਕੀ। ਅਗਸਤ 1740 ਈਸਵੀ ਵਿੱਚ ਮੱਸੇ ਦਾ ਕਤਲ ਹੋਇਆ ਤੇ ਇਸ ਤੇ ਖਾਨ ਬਹਾਦਰ ਬੜਾ ਕ੍ਰੋਧਵਾਨ ਹੋਇਆ। ਇਹ ਕਤਲ ਮੁਗਲਿਆ ਸਰਕਾਰ ਦੀ ਬੜੀ ਵੱਡੀ ਹਾਰ ਸੀ ਕਿ ਉਹਨਾਂ ਦਾ ਇੱਕ ਉੱਘਾ ਥੰਮ ਸਰਕਾਰ ਦਾ ਹੁਕਮ ਪਾਲਦਾ ਹੋਇਆ ਉਹਨਾਂ ਸਿੰਘਾਂ ਹੱਥੋਂ ਢਹਿ ਢੇਰੀ ਹੋ ਜਾਵੇ, ਜਿਨ੍ਹਾਂ ਨੂੰ ਨਾਸ ਕਰ ਦੇਣ ਲਈ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ। ਸਿੰਘਾਂ ਉੱਤੇ ਤਾਂ ਨਵੇਂ ਸਿਰਿਓਂ ਸਖਤੀ ਆਰੰਭ ਹੋਣੀ ਹੀ ਸੀ, ਪਰ ਇਸ ਵਾਰ ਮੁਖਬਰਾਂ ਉੱਤੇ ਵੀ ਪੂਰੀ ਕਰੜਾਈ ਹੋਈ। ਇਹਨਾਂ ਨੂੰ ਲਾਹੌਰ ਸੱਦ ਕੇ ਜ਼ਲੀਲ ਕੀਤਾ ਗਿਆ ਤੇ ਧਮਕੀ ਦਿੱਤੀ ਗਈ ਕਿ ਜੇ ਕਿਸੇ ਵੱਲੋਂ ਜ਼ਰਾ ਵੀ ਢਿੱਲ ਹੋਈ ਤਾਂ ਜੇਲ੍ਹਾਂ ਵਿੱਚ ਰੋਲ ਕੇ ਮਾਰਿਆ ਜਾਵੇਗਾ। ਸਖਤੀ ਨਾਲ ਇਹ ਹੁਕਮ ਦਿੱਤਾ ਗਿਆ ਕਿ ਸਿੰਘਾਂ ਨੂੰ ਫੜਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇ। ਫਿਰ ਵੀ ਅਗਲੇ 4 ਸਾਲਾਂ ਤੱਕ ਭਾਈ ਤਾਰੂ ਸਿੰਘ ਵੱਲ ਕੋਈ ਨਹੀਂ ਝਾਕਿਆ। ਉਂਝ ਭਾਵੇਂ ਇਸ ਅਰਸੇ ਵਿੱਚ ਹਜ਼ਾਰਾਂ ਸਿੰਘਾਂ ਨੂੰ ਮੁਖਬਰਾਂ ਤੇ ਚੌਧਰੀਆਂ ਨੇ ਫੜਵਾ ਕੇ ਮਰਵਾ ਦਿੱਤਾ। ਇਸ ਦੇ ਨਾਲ ਹੀ ਪੰਨਾ ਨੰਬਰ 39 ਤੱਕ ਅੱਜ ਅਸੀਂ ਪੜਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।